किताब ਜਾਂਬਾਜ਼ ਰਾਖਾ संत जरनैल सिंह भिंडरांवाला। लेखक A.R. दर्शी। अनुवादक प्रोफैसर कुलबीर सिंह। अध्याय पहला। संत जरनैल सिंह दा उभार। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। ਇਹ ਰੱਬੀ ਸੰਜੋਗ ਸੀ ਕਿ ਭਾਈ ਜਰਨੈਲ ਸਿੰਘ ਦਾ ਜਨਮ ਭਾਰਤ ਦੀ ਆਜ਼ਾਦੀ ਦੇ ਆਗਮਨ ਵਾਲੇ ਸਾਲ 1947 ਵਿੱਚ ਪੰਜਾਬ ਦੇ ਵਿਚਕਾਰ ਸਥਿਤ ਮੁਕਤਸਰ ਦੇ ਨੇੜੇ ਪਿੰਡ ਰੋਡੇ ਵਿੱਚ ਬਾਬਾ ਜੋਗਿੰਦਰ ਸਿੰਘ ਬਰਾੜ ਸਿੱਖ ਪਰਿਵਾਰ ਵਿੱਚ ਹੋਇਆ। ਮੁਕਤਸਰ ਇੱਕ ਇਤਿਹਾਸਕ ਕਸਬਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਮੁਗਲ ਫੌਜ ਨਾਲ ਸਫਲਤਾਪੂਰਵਕ ਆਖਰੀ ਜੰਗ ਲੜੀ। ਇਹ ਬਹਾਦਰ ਬਰਾੜ ਸਿੱਧੂ ਸਿੱਖ ਕਬੀਲਿਆਂ ਦਾ ਖਿੱਤਾ ਸੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਬਹਾਦਰੀ ਲਈ ਸ਼ਰਧਾਂਜਲੀਆਂ ਭੇਟ ਕੀਤੀਆਂ ਸਨ। ਰੋਡੇ ਪਿੰਡ ਇੱਕ ਹੋਰ ਇਤਿਹਾਸਕ ਪਿੰਡ ਦੀਨੇ ਤੋਂ ਵੀ ਜ਼ਿਆਦਾ ਦੂਰ ਨਹੀਂ ਹੈ ਜਿੱਥੇ ਗੁਰੂ ਸਾਹਿਬ ਕੁਝ ਸਮਾਂ ਠਹਿਰੇ ਸਨ ਅਤੇ ਔਰੰਗਜ਼ੇਬ ਨੂੰ ਪ੍ਰਸਿੱਧ ਜ਼ਫਰਨਾਮਾ ਲਿਖ ਕੇ ਲੜਨ ਲਈ ਜੁਰਤ ਵਿਖਾਉਣ ਦੀ ਵੰਗਾਰ ਦਿੱਤੀ ਸੀ ਅਤੇ ਉਸ ਦੇ ਫਰੇਬਾਂ ਅਤੇ ਖਾਲਸੇ ਤੇ ਢਾਹੇ ਜ਼ੁਲਮਾਂ ਬਦਲੇ ਉਸ ਨੂੰ ਫਿਟਕਾਰਿਆ ਸੀ। ਬਾਬਾ ਜੋਗਿੰਦਰ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਸ਼ਰਧਾਲੂ ਸੀ ਨੂੰ 7 ਪੁੱਤਰਾਂ ਦੀ ਬਖਸ਼ਿਸ਼ ਪ੍ਰਾਪਤੀ ਹੋਈ ਸੀ। ਇਹਨਾਂ ਵਿੱਚੋਂ ਜਰਨੈਲ ਸਿੰਘ ਸਭ ਤੋਂ ਛੋਟਾ ਸੀ ਜਿਸ ਦੀ ਅਸਲ ਜਨਮ ਮਿਤੀ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਭਾਈ ਜਰਨੈਲ ਸਿੰਘ ਨੇ 5ਵੀਂ ਜਮਾਤ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਵਿੱਚ ਪੜ੍ਹਾਈ ਕੀਤੀ ਅਤੇ ਉਸੇ ਪਿੰਡ ਵਿੱਚ ਹੀ ਗੁਰੂ ਤੇਗ ਬਹਾਦਰ ਖਾਲਸਾ ਹਾਈ ਸਕੂਲ ਵਿੱਚ 6ਵੀਂ ਜਮਾਤ ਵਿੱਚ ਦਾਖਲ ਕਰਾਇਆ ਗਿਆ। ਪਰ ਉਸਨੇ ਰਵਾਇਤੀ ਪੜ੍ਹਾਈ ਨੂੰ ਤਿਆਗ ਦਿੱਤਾ ਕਿਉਂਕਿ ਉਹਦਾ ਧਰਮ ਵੱਲ ਬੇਹੱਦ ਰੁਝਾਨ ਸੀ ਅਤੇ ਇਸ ਲਈ ਉਸਨੇ ਆਪਣੇ ਆਪ ਨੂੰ ਸਿਮਰਨ ਅਤੇ ਖੇਤੀਬਾੜੀ ਵਿੱਚ ਮਸ਼ਰੂਫ ਕਰ ਲਿਆ। ਦਮਦਮੀ ਟਕਸਾਲ ਦੇ ਤਤਕਾਲੀ ਜਥੇਦਾਰ ਸੰਤ ਗੁਰਬਚਨ ਸਿੰਘ ਜੀ ਅਕਸਰ ਪਿੰਡ ਰੋਡੇ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਦਿਨ ਉਹਨਾਂ ਦੀ ਨੌਜਵਾਨ ਜਰਨੈਲ ਸਿੰਘ ਤੇ ਨਿਗਾਹ ਪਈ ਜੋ ਉਹਨਾਂ ਦੇ ਅਨੁਭਵ ਅਨੁਸਾਰ ਅਸਾਧਾਰਨ ਰੂਹਾਨੀ ਅਤੇ ਸੈਨਿਕ ਖੂਬੀਆਂ ਦਾ ਮਾਲਕ ਸੀ। ਉਹ ਉਸ ਦੀ ਆਕਰਸ਼ਕ ਸ਼ਖਸੀਅਤ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਬਾਬਾ ਜੋਗਿੰਦਰ ਸਿੰਘ ਨੂੰ ਆਪਣੇ ਪੁੱਤਰ ਦੀਆਂ ਸੇਵਾਵਾਂ ਟਕਸਾਲ ਦੇ ਸਪੁਰਦ ਕਰਨ ਲਈ ਕਿਹਾ। ਬਾਬਾ ਜੀ ਜੋ ਖੁਦ ਇੱਕ ਨਿਸ਼ਠਾਵਾਨ ਸਿੱਖ ਸਨ ਨੇ ਖੁਸ਼ੀ ਨਾਲ ਸਹਿਮਤੀ ਪ੍ਰਗਟਾ ਦਿੱਤੀ ਅਤੇ ਸੰਤ ਗੁਰਬਚਨ ਸਿੰਘ ਜੀ ਭਾਈ ਜਰਨੈਲ ਸਿੰਘ ਨੂੰ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਲੈ ਗਏ ਜਿੱਥੇ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਸੀ। ਉੱਥੇ ਸੰਤ ਗੁਰਬਚਨ ਸਿੰਘ ਜੀ ਨੇ ਉਸ ਨੂੰ ਪਹੁਲ ਛਕਾ ਕੇ ਧਰਮ ਪ੍ਰਵੇਸ਼ ਕਰਵਾਇਆ। ਉਦੋਂ ਤੋਂ ਭਾਈ ਜਰਨੈਲ ਸਿੰਘ ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋ ਗਿਆ ਅਤੇ ਗੁਰੂ ਗੋਬਿੰਦ ਸਿੰਘ ਦਾ ਅਨੁਯਾਈ ਅਤੇ ਸਦੀਵੀ ਸਿਪਾਹੀ ਬਣ ਗਿਆ। ਧਰਮ ਪ੍ਰਵੇਸ਼ ਤੋਂ ਪਹਿਲਾਂ ਵੀ ਭਾਈ ਜਰਨੈਲ ਸਿੰਘ ਆਪਣੇ ਖੇਤੀਬਾੜੀ ਦੇ ਕੰਮਾਂ ਦੇ ਨਾਲ-ਨਾਲ ਨਿਤਨੇਮ ਅਤੇ ਜਪਜੀ ਸਾਹਿਬ ਦਾ ਪਾਠ ਕਰਿਆ ਕਰਦਾ ਸੀ। ਧਰਮ ਪ੍ਰਵੇਸ਼ ਖਾਲਸਾ ਸੱਜਣ ਤੋਂ ਬਾਅਦ ਉਸਨੇ ਜਪਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਨੂੰ ਜ਼ਬਾਨੀ ਯਾਦ ਕਰ ਲਿਆ। ਭਾਈ ਜਰਨੈਲ ਸਿੰਘ ਮਸਾਂ 19 ਵਰ੍ਹਿਆਂ ਦਾ ਸੀ ਜਦੋਂ ਉਸ ਦੀ ਸ਼ਾਦੀ ਪਿੰਡ ਬਿਲਾਸਪੁਰ ਜੋ ਪਿੰਡ ਰੋਡੇ ਤੋਂ ਜ਼ਿਆਦਾ ਦੂਰ ਨਹੀਂ ਹੈ ਦੇ ਸੁੱਚਾ ਸਿੰਘ ਦੀ ਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਕੀਤੀ ਗਈ। ਉਸ ਨੂੰ ਈਸ਼ਰ ਸਿੰਘ ਅਤੇ ਇੰਦਰਜੀਤ ਸਿੰਘ ਨਾਮੀ 2 ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਜਦੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਲੁਧਿਆਣਾ ਸ਼ਹਿਰ ਨੇੜੇ ਜਾਨਲੇਵਾ ਦੁਰਘਟਨਾ ਦਾ ਸ਼ਿਕਾਰ ਹੋਏ ਅਤੇ ਆਖਰਕਾਰ ਅਗਸਤ 1977 ਵਿੱਚ ਚਲਾਣਾ ਕਰ ਗਏ ਤਾਂ ਅਕਾਲੀ ਦਲ ਅਤੇ ਅਕਾਲੀ ਸਰਕਾਰ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਸੰਤ ਜਰਨੈਲ ਸਿੰਘ ਨੂੰ ਟਕਸਾਲ ਦਾ ਜਥੇਦਾਰ ਥਾਪਿਆ ਗਿਆ। ਸੰਤ ਜਰਨੈਲ ਸਿੰਘ ਉਦੋਂ ਭਾਵੇਂ ਮਸਾਂ 30 ਵਰ੍ਹਿਆਂ ਦਾ ਸੀ ਪਰ ਇੱਕ ਦੂਰ ਅੰਦੇਸ਼ ਆਗੂ ਅਤੇ ਰਾਹਨੁਮਾ ਵਾਲੇ ਸਭੇ ਗੁਣਾਂ ਦਾ ਮਾਲਕ ਸੀ। ਪਰੰਤੂ ਅਕਾਲੀ ਲੀਡਰਸ਼ਿਪ ਅਤੇ ਅਕਾਲੀ ਸਰਕਾਰ ਨੇ ਉਸ ਦੇ ਭੀਤਰੀ ਗੁਣਾਂ ਅਤੇ ਅਸੀਮ ਲੁਕਮੀ ਸ਼ਕਤੀ ਦਾ ਗਲਤ ਅੰਦਾਜ਼ਾ ਲਗਾ ਲਿਆ। ਉਹਨਾਂ ਉਸ ਨੂੰ ਧਾਰਮਿਕ ਰਾਜਸੀ ਮਾਮਲਿਆਂ ਦੇ ਦਲਦਲ ਭਰੇ ਅਤੇ ਵਲ-ਛਲ ਭਰਪੂਰ ਖੇਤਰ ਵਿੱਚ ਮਹਿਜ ਅਲੜ ਸਿਖਾਂਦਰੂ ਹੀ ਸਮਝਿਆ। ਉਹ ਸਹਿਜੇ ਹੀ ਭੁੱਲ ਗਏ ਕਿ ਮਹਾਨ ਨੇਤਾ ਜਮਾਂਦਰੂ ਹੀ ਮਹਾਨ ਹੁੰਦੇ ਹਨ, ਉਹਨਾਂ ਨੂੰ ਮਹਾਨ ਬਣਾਇਆ ਨਹੀਂ ਜਾਂਦਾ ਅਤੇ ਸੰਤ ਜਰਨੈਲ ਸਿੰਘ ਇੱਕ ਜਮਾਂਦਰੂ ਨੇਤਾ ਸੀ। ਅਕਾਲੀ ਲੀਡਰਸ਼ਿਪ ਨੇ ਆਪਣੀ ਤਾਕਤ ਦੇ ਭਰਮ ਵਿੱਚ
ਮਦਹੋਸ਼ ਰਹਿੰਦੇ ਹੋਏ ਨਿਰੰਕਾਰੀਆਂ ਵੱਲੋਂ ਸਿੱਖ ਧਰਮ ਤੇ ਸਿੱਖ ਗੁਰੂਆਂ ਉੱਪਰ ਕੀਤੇ ਜਾ ਰਹੇ ਹੱਤਕ ਭਰੇ ਹਮਲਿਆਂ ਵਿਰੁੱਧ ਸੰਤ ਜਰਨੈਲ ਸਿੰਘ ਵੱਲੋਂ ਆਰੰਭੇ ਅੰਦੋਲਨ ਦਾ ਮਾਮੂਲੀ ਨੋਟਿਸ ਤੱਕ ਨਾ ਲਿਆ ਅਤੇ ਨਾ ਉਹਨਾਂ ਆਪ ਹੀ ਇਸ ਆਕਰਮਣ ਦਾ ਵਿਰੋਧ ਕੀਤਾ। ਇਸ ਦੇ ਉਲਟ ਉਹਨਾਂ ਦੇ ਸੰਤ ਜਰਨੈਲ ਸਿੰਘ ਦੇ ਅੰਦੋਲਨ ਵਿੱਚ ਕਈ ਰੁਕਾਵਟਾਂ ਖੜੀਆਂ ਕੀਤੀਆਂ ਅਤੇ ਉਸ ਨੂੰ ਰਸਤੇ ਤੋਂ ਲਾਂਭੇ ਹਟਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਅਕਾਲੀਆਂ ਨੇ ਸਿੱਖ ਵਿਰੋਧੀ ਭੰਡੀ ਪ੍ਰਚਾਰ ਵਾਲੀਆਂ ਕਾਰਵਾਈਆਂ ਲਈ ਨਿਰੰਕਾਰੀ ਮੁਖੀ ਨੂੰ ਕੇਂਦਰ ਸਰਕਾਰ ਵੱਲੋਂ ਅੰਦਰ ਖਾਤੇ ਦਿੱਤੀ ਜਾ ਰਹੀ ਹਮਾਇਤ ਵੱਲ ਵੀ ਕੋਈ ਤਵੱਜੋ ਨਾ ਦਿੱਤੀ। ਆਪਣੇ ਵਿਰੁੱਧ ਇਹਨਾਂ ਸਾਰੀਆਂ ਦੁਸ਼ਮਣ ਤਾਕਤਾਂ ਦੇ ਜੁਟੇ ਹੋਣ ਦੇ ਬਾਵਜੂਦ ਸੰਤ ਜਰਨੈਲ ਸਿੰਘ ਆਪਣੇ ਅਕੀਦੇ ਉੱਤੇ ਦ੍ਰਿੜ ਰਿਹਾ ਅਤੇ ਨਿਰੰਕਾਰੀਆਂ ਦੇ ਹੱਲੇ ਵਿਰੁੱਧ ਇਕੱਲੇ ਹੀ ਯੋਧਿਆਂ ਵਾਂਗ ਡਟ ਕੇ ਬਹਾਦਰੀ ਨਾਲ ਗੁਰੂ ਨਾਨਕ ਦੇ ਮੱਤ ਦੀ ਰਾਖੀ ਕੀਤੀ। ਬ੍ਰਾਹਮਣ ਹਿੰਦੂਆਂ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਭਲੀ ਭਾਂਤ ਪਤਾ ਸੀ ਕਿ ਭਾਰਤ ਅੰਦਰ ਸਿੱਖ ਹੀ ਇੱਕੋ ਇੱਕ ਜੰਗਜੂ ਕੌਮ ਸੀ, ਜਿਸ ਵਿੱਚ ਆਪਣੇ ਹੱਕਾਂ ਖਾਤਰ ਲੜਨ ਲਈ ਅਨੰਤ ਸ਼ਕਤੀ, ਜਿਗਰਾ ਅਤੇ ਦ੍ਰਿੜਤਾ ਸੀ। ਇਸ ਹਿੰਦੂ ਰਾਜ ਪ੍ਰਬੰਧ ਨੂੰ ਇਹ ਵੀ ਗਿਆਨ ਸੀ ਕਿ ਸਿੱਖਾਂ ਨੂੰ ਸ਼ਕਤੀ ਰਾਹੀਂ ਹਮੇਸ਼ਾ ਵਾਸਤੇ ਦਬਾਇਆ ਨਹੀਂ ਜਾ ਸਕਦਾ। ਇਸ ਲਈ ਉਹਨਾਂ ਬੜੀ ਚਲਾਕੀ ਨਾਲ ਸਿੱਖ ਧਰਮ ਨੂੰ ਤਬਾਹ ਕਰਨ ਅਤੇ ਇਸ ਨੂੰ ਗਿਣਤੀ ਪੱਖੋਂ ਖੋਖਲਾ ਕਰਨ ਲਈ ਕੌਟਲਿਆ ਵੱਲੋਂ ਅਰਥ ਸ਼ਾਸਤਰ ਵਿੱਚ ਪ੍ਰਸਤੁਤ ਕੀਤੀ ਕੁਟਲ ਨੀਤੀ ਲਾਗੂ ਕਰਨ ਦੀ ਤਰਕੀਬ ਬਣਾਈ। ਆਪਣੇ ਮੰਦਭਾਵੀ ਵਾਲੇ ਟੀਚੇ ਦੀ ਪ੍ਰਾਪਤੀ ਹਿੱਤ ਭਾਰਤ ਸਰਕਾਰ ਨੇ ਹੋਰਨਾਂ ਚਾਲਾਂ ਦੇ ਨਾਲ ਨਿਰੰਕਾਰੀ ਮੰਡਲ ਦੇ ਮੁਖੀ ਗੁਰਬਚਨ ਸਿੰਘ ਨੂੰ ਸਿੱਖ ਧਰਮ ਤੇ ਇਸ ਦੇ ਗੁਰੂਆਂ ਉੱਪਰ ਪ੍ਰਚੰਡ ਹਮਲਾ ਸ਼ੁਰੂ ਕਰਨ ਲਈ ਸਰਪ੍ਰਸਤੀ ਦਿੱਤੀ, ਉਤਸ਼ਾਹਿਤ ਕੀਤਾ ਅਤੇ ਉਸ ਦੀ ਮਦਦ ਕੀਤੀ। ਭਾਰਤ ਸਰਕਾਰ ਦੇ ਸਹਾਇਕ ਨਿਰੰਕਾਰੀ ਮੁਖੀ ਨੇ ਸਰਕਾਰ ਦੀਆਂ ਇਛਾਵਾਂ ਨੂੰ ਪੂਰਾ ਕਰਨ ਹਿੱਤ ਅਤੇ ਆਪਣੀ ਸ਼ਖਸੀਅਤ ਨੂੰ ਉਭਾਰ ਕੇ ਸਵੈ ਉੱਨਤੀ ਪ੍ਰਾਪਤ ਕਰਕੇ ਆਪਣਾ ਪ੍ਰਭਾਵ ਕਬੂਲ ਕਰ ਸਕਣ ਵਾਲੇ ਬੁੱਧੀਹੀਣ ਸਿੱਖਾਂ ਦਰਮਿਆਨ ਆਪਣੇ ਕਾਰਜ ਖੇਤਰ ਵਿੱਚ ਵਾਧਾ ਕਰਨ ਦੀ ਇੱਛਾ ਨਾਲ ਇਸ ਮੰਦ ਭਾਵਨਾ ਨਾਲ ਸੋਚੀ ਯੋਜਨਾ ਤੇ ਤੁਰੰਤ ਅਮਲ ਕੀਤਾ। ਇਸ ਤਰ੍ਹਾਂ ਸਰਕਾਰ ਦੇ ਚੰਬਲਾਉਣ ਅਤੇ ਉਕਸਾਉਣ ਉੱਤੇ ਉਸਨੇ ਸਿੱਖ ਧਰਮ ਦੇ ਖਿਲਾਫ ਘਾਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਅਤੇ ਸਿੱਖਾਂ ਦੀ ਮਾਤ ਭੂਮੀ ਹੋਣ ਦੇ ਨਾਤੇ ਪੰਜਾਬ ਨੂੰ ਉਸਨੇ ਆਪਣੀਆਂ ਸਰਗਰਮੀਆਂ ਦਾ ਮੁੱਖ ਅੱਡਾ ਬਣਾਇਆ। ਗੁਰਬਚਨ ਸਿੰਘ ਨੇ ਆਪਣੇ ਉਦੇਸ਼ ਦੀ ਪੂਰਤੀ ਹਿੱਤ ਹੁਸ਼ਿਆਰਪੁਰ ਵਿਖੇ 13 ਅਪ੍ਰੈਲ 1973 ਨੂੰ ਆਪਣੇ ਅਨੁਯਾਈਆਂ ਦਾ ਸੰਮੇਲਨ ਕੀਤਾ ਅਤੇ ਸਿੱਖ ਗੁਰੂਆਂ ਅਤੇ ਉਹਨਾਂ ਦੇ ਧਰਮ ਦੇ ਵਿਰੁੱਧ ਅਪਮਾਨਜਨਕ ਟੀਕਾ ਟਿੱਪਣੀ ਕੀਤੀ। ਕਿਸੇ ਵੀ ਸਿੱਖ ਜਥੇਬੰਦੀ ਜਾਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹੱਦ ਤੱਕ ਭਰਪੂਰ ਬਕੜਵਾਹ ਵੱਲ ਤਵੱਜੋ ਨਾ ਦਿੱਤੀ। ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਤਾਲ ਮਟੋਲ ਵਾਲੇ ਰਵੱਈਏ ਨੇ ਗੁਰਬਚਨ ਸਿੰਘ ਨੂੰ ਸਿੱਖੀ ਖਿਲਾਫ ਆਪਣਾ ਹਮਲਾ ਜਾਰੀ ਰੱਖਣ ਲਈ ਹੋਰ ਉਤਸ਼ਾਹਿਤ ਕੀਤਾ। ਨਿਰੰਕਾਰੀ ਮੁਖੀ ਨੇ ਹੋਰ ਦੁਰਸਾਹਸ ਵਿਖਾਉਂਦੇ ਹੋਏ 13 ਸਤੰਬਰ 1973 ਨੂੰ ਦਮਦਮੀ ਟਕਸਾਲ ਦੇ ਨਵੇਂ ਬਣੇ ਹੈੱਡਕੁਆਟਰ ਦੇ ਬਿਲਕੁਲ ਨਜ਼ਦੀਕ ਚੌਂਕ ਮਹਿਤਾ ਵਿਖੇ ਆਪਣਾ ਗਰੋਹ ਇਕੱਤਰ ਕੀਤਾ ਅਤੇ ਟਕਸਾਲ ਦੀ ਹਿੱਕ ਤੇ ਮੂੰਗ ਦਲਦਿਆਂ ਉਹਨਾਂ ਦੇ ਗੁਰੂਆਂ ਨੂੰ ਅਪਮਾਨਿਤ ਕਰਨ ਵਾਲਾ ਭੜਕਾਊ ਭਾਸ਼ਣ ਦਿੱਤਾ। ਇਹ ਨਿਰੰਕਾਰੀਆਂ ਵੱਲੋਂ ਦਿੱਤੀ ਬਹੁਤ ਵੱਡੀ ਚੁਣੌਤੀ ਸੀ, ਕਿਉਂਕਿ ਇਹ ਸਿੱਖੀ ਦੇ ਅਸਲ ਗੜ੍ਹ ਉੱਪਰ ਹਮਲਾ ਸੀ। ਸੰਤ ਜਰਨੈਲ ਸਿੰਘ ਦੇ ਪੂਰਵਵਰਤੀ ਸੰਤ ਕਰਤਾਰ ਸਿੰਘ ਜੀ ਨੇ ਇਸ ਭੜਕਾਊ ਹਮਲੇ ਦਾ ਗੰਭੀਰ ਨੋਟਿਸ ਲਿਆ। ਇਸ ਲਈ ਉਹਨਾਂ ਨੇ ਵਿਸ਼ਈ ਨਿਰੰਕਾਰੀਆਂ ਅਤੇ ਉਹਨਾਂ ਦੀਆਂ ਅਧਰਮੀ ਕਾਰਵਾਈਆਂ ਦੇ ਖਿਲਾਫ ਭਾਰੀ ਮੁਜ਼ਾਹਰਾ ਕੀਤਾ। ਸੈਂਕੜੇ ਹੀ ਸ਼ਰਧਾਲੂ ਸਿੱਖ ਚਾਲਬਾਜ਼ ਸਿੱਖ ਮੁੱਖ ਮੰਤਰੀ ਗਿਆਨੀ ਜੈਲ ਸਿੰਘ, ਜੋ ਕਿ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਝੋਲੀ ਚੁੱਕ ਸੀ, ਦੇ ਅਣਉਚਿਤ ਆਦੇਸ਼ਾਂ ਤਹਿਤ ਗ੍ਰਿਫਤਾਰ ਕਰ ਲਏ ਗਏ। ਪਰੰਤੂ ਸੰਤ ਕਰਤਾਰ ਸਿੰਘ ਨੇ ਨਿਡਰਤਾ ਨਾਲ ਆਪਣੀ ਜੱਦੋ-ਜਹਿਦ ਜਾਰੀ ਰੱਖੀ, ਜਿਸ ਦੇ ਫਲਸਰੂਪ ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਕਈ ਹਿੰਸਕ ਝੜਪਾਂ ਹੋਈਆਂ। ਸਰਕਾਰ ਦੀ ਸ਼ਾਸਕੀ ਚੁੱਪ ਕਾਰਨ ਇਹ ਝੜਪਾਂ 13 ਅਪ੍ਰੈਲ 1978 ਨੂੰ, ਜੋ ਕਿ ਸਿੱਖਾਂ ਵੱਲੋਂ ਖਾਲਸੇ ਦੀ ਸਿਰਜਣਾ ਦੀ ਯਾਦ ਵਜੋਂ ਮਨਾਇਆ ਜਾਣ ਵਾਲਾ ਦਿਹਾੜਾ ਹੈ, ਅੰਮ੍ਰਿਤਸਰ ਵਿਖੇ ਇੱਕ ਦੁਖਦਾਈ ਘਟਨਾ ਦੇ ਰੂਪ ਵਿੱਚ ਸਿਖਰ ਉੱਤੇ ਪੁੱਜ ਗਈਆਂ।
ਇਹ ਦੁਖਦਾਇਕ ਘਟਨਾ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਮੋੜ ਸਾਬਤ ਹੋਈ। ਸਿੱਖਾਂ ਵੱਲੋਂ ਵਿਸਾਖੀ ਦਾ ਦਿਹਾੜਾ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸੇ ਦੀ ਸਾਜਨਾ ਦੀ ਯਾਦਗਾਰ ਵਿੱਚ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਨਿਰੰਕਾਰੀਆਂ ਨੇ ਇੱਕ ਸੋਚੀ ਸਮਝੀ ਚਾਲ ਅਧੀਨ ਜਾਣਬੁੱਝ ਕੇ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਆਪਣੀ ਸਾਲਾਨਾ ਇਕੱਤਰਤਾ ਕਰਨ ਦਾ ਨਿਰਣਾ ਲਿਆ, ਜੋ ਕਿ ਵਿਸਾਖੀ ਦਿਹਾੜੇ ਦੇ ਸਮਾਰੋਹਾਂ ਦਾ ਦਿਨ ਸੀ। ਸੰਤ ਜਰਨੈਲ ਸਿੰਘ ਨੇ ਉਹਨਾਂ ਦੀ ਇਸ ਬਦਨੀਤ ਸਾਜ਼ਿਸ਼ ਦਾ ਵਿਰੋਧ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਕੋਲ ਨਿਰੰਕਾਰੀਆਂ ਨੂੰ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿਖੇ ਸੰਮੇਲਨ ਕਰਨ ਦੀ ਆਗਿਆ ਨਾ ਦੇਣ ਦੀ ਮੰਗ ਕਰਦਿਆਂ ਰੋਸ ਪ੍ਰਗਟ ਕੀਤਾ। ਪਰ ਬਾਦਲ ਨੇ ਕੁਝ ਕੁ ਗੁਜਰਾਤੀ ਬ੍ਰਾਹਮਣ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਦੇ ਦਬਾਅ ਹੇਠ ਅਤੇ ਕੁਝ ਤਵਸਬੀ ਹਿੰਦੂਆਂ ਦੀ ਰਾਜਸੀ ਜਮਾਤ ਜਨ ਸੰਘ ਨੂੰ ਖੁਸ਼ ਕਰਨ ਹੇਤ ਨਿਰੰਕਾਰੀਆਂ ਨੂੰ ਉਹਨਾਂ ਦੀ ਪ੍ਰਸਤਾਵਿਤ ਇਕੱਤਰਤਾ ਕਰਨ ਦੀ ਇਜਾਜ਼ਤ ਦੇ ਦਿੱਤੀ। ਇੱਕ ਪਖੰਡੀ ਸਿੱਖ ਅਤੇ ਚਾਲਬਾਜ਼ ਅਕਾਲੀ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਨੂੰ 13 ਅਪ੍ਰੈਲ 1978 ਵਾਲੇ ਦਿਨ ਅੰਮ੍ਰਿਤਸਰ ਵਿੱਚ ਹਾਜ਼ਰ ਰਹਿਣ ਦਾ ਆਦੇਸ਼ ਦਿੱਤਾ ਗਿਆ। ਸੰਤ ਜਰਨੈਲ ਸਿੰਘ ਨੇ ਖੁਦ ਜਾਤੀ ਤੌਰ ਤੇ ਉਸ ਨੂੰ ਨਿਰੰਕਾਰੀ ਇਕੱਠ ਤੇ ਪਾਬੰਦੀ ਲਾ ਕੇ ਸ਼ਰਧਾਲੂ ਸਿੱਖਾਂ ਨਾਲ ਝਗੜੇ ਦੀ ਸੰਭਾਵਨਾ ਟਾਲਣ ਦੀ ਬੇਨਤੀ ਕੀਤੀ, ਪਰ ਉਸ ਨੇ ਇੱਕ ਗੈਰ ਤਸੱਲੀ ਬਖਸ਼ ਬਹਾਨਾ ਲਾ ਕੇ ਸੰਤ ਨੂੰ ਲਾਂਭੇ ਕਰ ਦਿੱਤਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਪਹਿਲਾਂ ਹੀ ਨਿਰੰਕਾਰੀਆਂ ਨੂੰ ਸੰਮੇਲਨ ਕਰਨ ਦੀ ਆਗਿਆ ਦੇ ਚੁੱਕਾ ਹੈ। ਜੇ ਅਕਾਲੀ ਸਰਕਾਰ ਦੀ ਇੱਛਾ ਹੁੰਦੀ ਤਾਂ ਉਹ ਬੜੀ ਚੰਗੀ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਗਿਆ ਵਾਪਸ ਲੈਣ ਲਈ ਹਦਾਇਤ ਦੇ ਸਕਦੀ ਸੀ, ਪਰ ਉਹ ਅਜਿਹਾ ਕਿਉਂ ਕਰਦੀ, ਕਿਉਂਕਿ ਉਹ ਤਾਂ ਸੰਤ ਦੀ ਦੁਸ਼ਮਣ ਸੀ। ਇਸ ਲਈ ਉਸਨੇ ਸੰਤ ਜਰਨੈਲ ਸਿੰਘ ਨੂੰ ਨੀਵਾਂ ਵਿਖਾਉਣ ਹਿੱਤ ਇੱਛਾ ਪੂਰਵਕ ਇਹ ਸ਼ੈਤਾਨੀ ਕੀਤੀ। ਅਕਾਲੀ ਸਰਕਾਰ ਦੇ ਛੱਕੀ ਰੋਲ ਤੋਂ ਤੰਗ ਆ ਕੇ ਸੰਤ ਜਰਨੈਲ ਸਿੰਘ ਨੇ ਆਪਣੇ ਹਮਾਇਤੀਆਂ ਅਤੇ ਅਨੁਯਾਈਆਂ ਨਾਲ ਮਸ਼ਵਰਾ ਕੀਤਾ ਅਤੇ ਨਿਰੰਕਾਰੀ ਸੰਮੇਲਨ ਵਾਲੀ ਜਗ੍ਹਾ ਸ਼ਰਧਾਲੂ ਸਿੱਖਾਂ ਦਾ ਇੱਕ ਜਥਾ ਭੇਜ ਕੇ ਉਹਨਾਂ ਦੀਆਂ ਸਿੱਖ ਵਿਰੋਧੀ ਸਰਗਰਮੀਆਂ ਅਤੇ ਬੋਲਬਾਣੀ ਦੇ ਖਿਲਾਫ ਸ਼ਾਂਤਮਈ ਰੋਸ ਪ੍ਰਗਟ ਕਰਨ ਦਾ ਫੈਸਲਾ ਲਿਆ। ਜਿਉਂ ਹੀ ਇਹ ਛੋਟਾ ਜਿਹਾ ਜਥਾ ਉਸ ਸਥਾਨ ਨੇੜੇ ਪੁੱਜਾ ਤਾਂ ਖੂਨ ਦੇ ਪਿਆਸੇ ਨਿਰੰਕਾਰੀਆਂ ਨੇ ਜਥੇ ਉੱਪਰ ਗੋਲੀ ਚਲਾ ਦਿੱਤੀ ਅਤੇ 13 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਕਰੀਬ 3 ਦਰਜਨ ਫੱਟੜ ਕਰ ਦਿੱਤੇ। ਜਦੋਂ ਬਿਨਾਂ ਕਿਸੇ ਭੜਕਾਹਟ ਦੇ ਇਹ ਗੋਲੀ ਚੱਲੀ, ਉਦੋਂ ਮੁੱਖ ਸਕੱਤਰ ਹਰਦੇਵ ਸਿੰਘ ਸ਼ੀਨਾ ਅਤੇ ਇੱਕ IAS ਅਫਸਰ ਨਿਰੰਜਨ ਸਿੰਘ ਨਿਰੰਕਾਰੀ ਸਟੇਜ ਉੱਤੇ ਮੌਜੂਦ ਸਨ। ਇਹ ਦੋਵੇਂ ਅਫਸਰ ਕੱਟੜ ਨਿਰੰਕਾਰੀ ਹਨ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਕਾਲੀ ਸਰਕਾਰ ਨੇ ਇਹਨਾਂ ਦੋਹਾਂ ਅਫਸਰਾਂ ਖਿਲਾਫ ਉਹਨਾਂ ਦੀ ਇਸ ਭਿਆਨਕ ਅਪਰਾਧ ਵਿੱਚ ਘਟੀਆ ਸ਼ਮੂਲੀਅਤ ਬਦਲੇ ਕੋਈ ਵੀ ਕਾਰਵਾਈ ਨਾ ਕੀਤੀ। ਪੁਲਿਸ ਨੇ ਵੀ ਇਸ ਵਹਿਸ਼ੀਆਨਾ ਘਟਨਾ ਨੂੰ ਮੂਕ ਦਰਸ਼ਕ ਬਣ ਕੇ ਦੇਖਿਆ। ਅੰਮ੍ਰਿਤਸਰ ਵਿੱਚ ਉਮਰਾ ਨੰਗਲ ਦੀ ਅਤੇ ਨਿਰੰਕਾਰੀ ਸਟੇਜ ਉੱਤੇ ਹਰਦੇਵ ਸਿੰਘ ਸ਼ੀਨਾ ਦੀ ਮੌਜੂਦਗੀ ਭੋਰਾ ਵੀ ਸ਼ੱਕ ਤੋਂ ਬਿਨਾਂ ਸਾਬਤ ਕਰਦੀ ਹੈ ਕਿ ਇਹਨਾਂ ਵਿਰੋਧੀ ਸ਼ਕਤੀਆਂ ਨੇ ਸਿੱਖੀ ਤੇ ਹੋ ਰਹੇ ਹਮਲੇ ਅਤੇ ਇਸ ਤੋਂ ਉਪਜਣ ਵਾਲੇ ਤਬਾਹਕੁਨ ਸਿੱਟਿਆਂ ਨੂੰ ਵਿਚਾਰੇ ਬਿਨਾਂ ਸੰਤ ਜਰਨੈਲ ਸਿੰਘ ਅਤੇ ਦਮਦਮੀ ਟਕਸਾਲ ਦੋਹਾਂ ਦਾ ਅਕਸ ਵਿਗਾੜਨ ਲਈ ਸਾਜ਼ਿਸ਼ ਕੀਤੀ ਸੀ। ਜਦੋਂ ਨਿਹੱਥੇ ਸਿੱਖਾਂ ਦੇ ਭਿਆਨਕ ਕਤਲੇਆਮ ਦੀ ਦੁਖਦਾਇਕ ਸੂਚਨਾ ਸੰਤ ਜਰਨੈਲ ਸਿੰਘ ਨੂੰ ਮਿਲੀ ਤਾਂ ਉਸ ਨੂੰ ਡੂੰਘਾ ਦੁੱਖ ਪਹੁੰਚਿਆ ਅਤੇ ਉਸਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਹ 13 ਸਿੱਦਕੀ ਸਿੱਖਾਂ ਦੇ ਖੂਨ ਨੂੰ ਅਜਾਹੀਂ ਨਹੀਂ ਜਾਣ ਦੇਵੇਗਾ। ਰੋਹ ਵਿੱਚ ਆਏ ਸਿੱਖਾਂ ਦੇ ਜ਼ਖਮੀ ਜਜ਼ਬਾਤਾਂ ਤੇ ਮਲਮ ਲਾਉਣ ਦੇ ਇਰਾਦੇ ਨਾਲ ਅਕਾਲੀ ਸਰਕਾਰ ਨੇ ਅਪਰਾਧੀ ਨਿਰੰਕਾਰੀਆਂ ਵਿਰੁੱਧ ਉਹਨਾਂ ਦੇ ਮੁਖੀ ਗੁਰਬਚਨ ਸਿੰਘ ਸਮੇਤ ਕਤਲ ਅਤੇ ਹੋਰ ਜੁਰਮਾਂ ਲਈ ਮੁਕੱਦਮਾ ਦਰਜ ਕਰ ਲਿਆ, ਪਰ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ। ਸੰਤ ਜਰਨੈਲ ਸਿੰਘ ਦਾ ਦੁੱਖ ਅਤੇ ਗੁੱਸਾ ਠੰਡਾ ਨਾ ਹੋਇਆ। ਉਸ ਨੇ ਅਕਾਲੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਅਤੇ ਨਿਰੰਕਾਰੀਆਂ ਦੇ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ। ਜਦੋਂ ਇਸ ਮੁਹਿੰਮ ਨੇ ਜ਼ੋਰ ਫੜਿਆ ਤਾਂ ਅਖੀਰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਭੌਰਾ ਨੂੰ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕਰਾਉਣ ਲਈ ਮਨਾਉਣ ਵਾਸਤੇ ਮਜਬੂਰ ਹੋ ਗਏ। ਅਕਾਲ ਤਖਤ ਨੇ ਇਹ ਹੁਕਮਨਾਮਾ 10 ਜੂਨ 1978 ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ ਜਾਰੀ ਕੀਤਾ ਅਤੇ ਜਥੇਦਾਰ ਵੱਲੋਂ ਮੰਜੀ ਸਾਹਿਬ
ਅਤੇ ਅਕਾਲ ਤਖਤ ਸਾਹਿਬ ਤੋਂ ਇਕੱਤਰ ਹੋਈਆਂ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ। ਹੁਕਮਨਾਮਾ ਸੰਖੇਪ ਵਿੱਚ ਇਹ ਐਲਾਨ ਕਰਦਾ ਸੀ ਕਿ ਨਿਰੰਕਾਰੀਆਂ ਨੇ ਗੁਰਬਚਨ ਸਿੰਘ ਦੀ ਅਗਵਾਈ ਹੇਠ ਸਿੱਖਾਂ ਅਤੇ ਸਿੱਖ ਗੁਰੂਆਂ ਖਿਲਾਫ ਘਟੀਆ ਹਮਲਾ ਸ਼ੁਰੂ ਕੀਤਾ ਹੋਇਆ ਹੈ। ਇਸ ਦਾ ਮੰਤਵ ਸਿੱਖ ਧਰਮ ਨੂੰ ਅਪਮਾਨਿਤ ਕਰਨਾ ਹੈ। ਨਿਰੰਕਾਰੀ ਮੁਖੀ ਜੋ ਆਪਣੇ ਆਪ ਨੂੰ ਰੱਬੀ ਅਵਤਾਰ ਵਜੋਂ ਪੇਸ਼ ਕਰਦਾ ਹੈ ਨੇ ਵਿਸਾਖੀ ਦੇ ਦਿਨ 13 ਸਿੱਖਾਂ ਦਾ ਕਤਲੇਆਮ ਕੀਤਾ ਹੈ। ਇਸ ਕਾਰਨ ਸਿੱਖ ਧਰਮ ਦੀ ਹੋਂਦ ਨੂੰ ਗੰਭੀਰ ਚੁਣੌਤੀ ਦਰਪੇਸ਼ ਹੋਈ ਹੈ। ਇਸ ਲਈ ਹਰ ਸਿੱਖ ਨੂੰ ਹਰ ਤਰ੍ਹਾਂ ਨਾਲ ਨਿਰੰਕਾਰੀਆਂ ਦੇ ਨੀਚ ਫਿਰਕੇ ਦਾ ਵਿਰੋਧ ਕਰਨਾ ਚਾਹੀਦਾ ਹੈ, ਜੋ ਕਿ ਸਿੱਖ ਮੱਤ ਦਾ ਦੁਸ਼ਮਣ ਹੈ। ਸਭ ਸਿੱਖਾਂ ਨੂੰ ਹੋਰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਨਿਰੰਕਾਰੀਆਂ ਅਤੇ ਉਹਨਾਂ ਸਿੱਖਾਂ ਜੋ ਨਿਰੰਕਾਰੀਆਂ ਦੇ ਇਸ ਅਨੈਤਿਕ ਫਿਰਕੇ ਵਿੱਚ ਸ਼ਾਮਲ ਹੋਏ ਹਨ ਜਾਂ ਅਜੇ ਵੀ ਇਹਨਾਂ ਦੀ ਹਮਾਇਤ ਕਰਦੇ ਹਨ, ਨਾਲੋਂ ਸਾਰੇ ਨਾਤੇ ਤੋੜ ਲੈਣ। ਉਪਰੋਕਤ ਹੁਕਮਨਾਮੇ ਦਾ ਜਾਰੀ ਹੋਣਾ ਸੰਤ ਜਰਨੈਲ ਸਿੰਘ ਦੀ ਵੱਡੀ ਜਿੱਤ ਸੀ, ਪਰ ਹਾਲੇ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਸ ਨੇ ਸਾਰੇ ਨਿਰੰਕਾਰੀ ਭਵਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ, ਜੋ ਉਸ ਦੇ ਅਨੁਸਾਰ ਪੰਜਾਬ ਵਿੱਚ ਸਿੱਖੀ ਖਿਲਾਫ ਜ਼ਹਿਰ ਫੈਲਾਉਣ ਵਾਲੇ ਪਾਪੀ ਅੱਡੇ ਸਨ। ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਉਦੋਂ ਤੱਕ ਆਪਣਾ ਅੰਦੋਲਨ ਜਾਰੀ ਰੱਖਿਆ ਜਦੋਂ ਤੱਕ ਅਕਾਲੀ ਸਰਕਾਰ 20 ਅਗਸਤ 1978 ਤੋਂ ਪੰਜਾਬ ਵਿਚਲੇ ਸਾਰੇ ਨਿਰੰਕਾਰੀ ਭਵਨਾਂ ਨੂੰ ਬੰਦ ਕਰਨ ਲਈ ਬੇਵੱਸ ਨਾ ਹੋ ਗਈ। ਸਿੱਖਾਂ ਨੇ ਖੁਸ਼ੀ ਮਹਿਸੂਸ ਕੀਤੀ, ਪਰ ਉਹਨਾਂ ਦੀ ਪ੍ਰਸੰਨਤਾ ਥੋੜ੍ਹ ਚਿਰੀ ਹੀ ਸੀ, ਕਿਉਂ ਜੋ ਅਕਾਲੀ ਸਰਕਾਰ ਨੇ ਬ੍ਰਾਹਮਣ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਅਤੇ ਜਨ ਸੰਘ ਦੇ ਦਬਾਅ ਅੱਗੇ ਗੋਡੇ ਟੇਕਦਿਆਂ ਮਹਿਜ਼ ਇੱਕ ਹਫ਼ਤੇ ਦੇ ਵਕਫੇ ਮਗਰੋਂ ਨਿਰੰਕਾਰੀਆਂ ਨੂੰ 27 ਅਗਸਤ 1978 ਤੋਂ ਭਵਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਪਰ ਸੰਤ ਨੇ ਇਸ ਕਾਰਵਾਈ ਦੀ ਇਹ ਕਹਿੰਦਿਆਂ ਵਿਰੋਧਤਾ ਕਰ ਦਿੱਤੀ ਕਿ ਉਹ ਨਿਰੰਕਾਰੀ ਭਵਨਾਂ ਨੂੰ ਨਹੀਂ ਖੁੱਲ੍ਹਣ ਦੇਣਗੇ। ਸੰਤ ਭਿੰਡਰਾਂਵਾਲੇ ਦੇ ਨਿਰੰਕਾਰੀ ਭਵਨਾਂ ਨੂੰ ਨਾ ਖੁੱਲ੍ਹਣ ਦੇਣ ਵਾਲੇ ਬਿਆਨ ਦੇ ਪ੍ਰਤੀਕਰਮ ਵਜੋਂ ਜਨ ਸੰਘ ਦੇ ਅੰਮ੍ਰਿਤਸਰ ਇਕਾਈ ਦੇ ਨੇਤਾ ਹਰਬੰਸ ਲਾਲ ਖੰਨਾ ਨੇ ਐਲਾਨ ਕਰ ਦਿੱਤਾ ਕਿ ਉਹ ਨਿਰੰਕਾਰੀ ਭਵਨ ਮੁੜ ਖੋਲ੍ਹਣ ਲਈ 27 ਅਗਸਤ ਨੂੰ ਹਿੰਦੂਆਂ ਅਤੇ ਨਿਰੰਕਾਰੀਆਂ ਦੀ ਅਗਵਾਈ ਕਰੇਗਾ। ਇਹ ਸਧਾਰਨ ਰੂਪ ਵਿੱਚ ਸਿੱਖਾਂ ਨੂੰ ਅਤੇ ਵਿਸ਼ੇਸ਼ ਤੌਰ ਤੇ ਭਿੰਡਰਾਂਵਾਲੀ ਦਮਦਮੀ ਟਕਸਾਲ ਨੂੰ ਖੁੱਲ੍ਹੀ ਚੁਣੌਤੀ ਸੀ। ਲੜਾਈ ਵਿੱਚ ਉਲਝੀਆਂ ਇਹਨਾਂ ਦੋਹਾਂ ਧਿਰਾਂ ਦਰਮਿਆਨ ਮੁੱਠਭੇੜ ਹੋਣ ਦੇ ਖਦਸ਼ੇ ਨੂੰ ਮਹਿਸੂਸ ਕਰਦੇ ਹੋਏ ਬਾਦਲ ਨੇ ਟੌੜਾ ਅਤੇ ਤਲਵੰਡੀ ਕਰਮਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੰਤ ਭਿੰਡਰਾਂਵਾਲੇ ਨੂੰ ਉਸੇ ਦਿਨ ਅੰਮ੍ਰਿਤਸਰ ਜਾਣ ਦਾ ਇਰਾਦਾ ਤਿਆਗਣ ਲਈ ਮਨਾਉਣ ਵਾਸਤੇ ਬੇਨਤੀ ਕੀਤੀ। ਦੋਹਾਂ ਅਕਾਲੀ ਨੇਤਾਵਾਂ ਨੇ ਉਪਰੋਕਤ ਅਨੁਸਾਰ ਸੰਤ ਨੂੰ ਬੇਨਤੀ ਕੀਤੀ ਅਤੇ ਇਹ ਯਕੀਨ ਦਿਵਾਉਣ ਉਪਰੰਤ ਉਸ ਨੂੰ ਮਨਾਉਣ ਵਿੱਚ ਸਫਲ ਰਹੇ ਕਿ ਉਹ 27 ਅਗਸਤ 1978 ਵਾਲੇ ਦਿਨ ਨਿਰੰਕਾਰੀ ਭਵਨਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਣਗੇ। ਫਿਰ ਵੀ ਭਵਨਾਂ ਨੂੰ ਸੁਰੱਖਿਆ ਦਸਤਿਆਂ ਦੀ ਮਦਦ ਨਾਲ ਖੋਲ੍ਹ ਦਿੱਤਾ ਗਿਆ। ਤਲਵੰਡੀ ਅਤੇ ਟੌੜਾ ਨੇ ਬਾਅਦ ਵਿੱਚ ਸੰਤ ਭਿੰਡਰਾਂਵਾਲੇ ਤੋਂ ਮੁਆਫ਼ੀ ਮੰਗੀ ਅਤੇ ਬਾਦਲ ਨੂੰ ਕਸੂਰਵਾਰ ਠਹਿਰਾਇਆ ਕਿ ਉਸ ਨੇ ਭਵਨਾਂ ਨੂੰ ਤਾਲਾਬੰਦ ਰੱਖਣ ਲਈ ਸਹਿਮਤੀ ਨਹੀਂ ਦਿੱਤੀ। ਇਸ ਤਰੀਕੇ ਸੰਤ ਨਾਲ ਵਿਸ਼ਵਾਸਘਾਤ ਅਤੇ ਛਲ ਕੀਤਾ ਗਿਆ ਸੀ। ਜਦੋਂ ਉਸ ਨੂੰ ਸਰਕਾਰ ਵੱਲੋਂ ਨੀਵਾਂ ਵਿਖਾਇਆ ਗਿਆ ਤਾਂ ਉਸ ਨੇ ਨਿਰੰਕਾਰੀ ਵਿਰੋਧੀ ਅੰਦੋਲਨ ਨੂੰ ਤੇਜ਼ ਕਰ ਦਿੱਤਾ, ਜਿਸ ਦਾ ਨਤੀਜਾ ਲਾਭਦਾਇਕ ਨਿਕਲਿਆ। ਹੁਣ ਬਾਦਲ ਨੇ ਖੁਦ ਆਪ ਇਹ ਐਲਾਨ ਕੀਤਾ ਕਿ ਉਹ ਨਿਰੰਕਾਰੀ ਭਵਨ ਬੰਦ ਕਰ ਦੇਣਗੇ। ਉਸ ਨੇ ਇਹ ਵੀ ਯਕੀਨ ਦਿਵਾਇਆ ਕਿ ਅਵਤਾਰ ਬਾਣੀ ਅਤੇ ਯੁੱਗ ਪੁਰਸ਼ ਦੋਵੇਂ ਨਿਰੰਕਾਰੀਆਂ ਦੀਆਂ ਕੁਫਰ ਭਰੀਆਂ ਪੁਸਤਕਾਂ ਤੇ ਪਾਬੰਦੀ ਲਾ ਦਿੱਤੀ ਜਾਵੇਗੀ। ਪਰ ਅਸਲ ਵਿੱਚ ਇਸ ਵਾਅਦੇ ਦੀ ਪੂਰਤੀ ਲਈ ਕੋਈ ਵੀ ਕਦਮ ਨਾ ਉਠਾਏ ਗਏ। ਇਸ ਦੇ ਨਤੀਜੇ ਵਜੋਂ ਨਿਰੰਕਾਰੀਆਂ ਵਿਰੁੱਧ ਅੰਦੋਲਨ ਬੇਰੋਕ ਜਾਰੀ ਰਿਹਾ। ਇਸੇ ਦੌਰਾਨ ਹੀ ਹਿੰਦੂਆਂ ਅਤੇ ਭਾਰਤ ਸਰਕਾਰ ਵੱਲੋਂ ਉਤਸ਼ਾਹਿਤ ਹੋਏ ਗੁਰਬਚਨ ਸਿੰਘ ਨੇ ਪੰਜਾਬ ਤੋਂ ਬਾਹਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਉਸ ਨੇ ਇਲਾਹਾਬਾਦ ਵਿੱਚ 25 ਦਸੰਬਰ 1978 ਦੇ ਦਿਨ ਨਿਰੰਕਾਰੀ ਸੰਮੇਲਨ ਕਰਨ ਦਾ ਐਲਾਨ ਕੀਤਾ, ਪਰ ਨਿਸ਼ਠਾਵਾਨ ਸਿੱਖਾਂ ਨੇ ਉਸ ਨੂੰ ਸ਼ਹਿਰੋਂ ਬਾਹਰ ਕੱਢਣ ਤੱਕ ਉਸ ਦਾ ਪਿੱਛਾ ਕੀਤਾ। ਇਸ ਤੋਂ ਮਗਰੋਂ ਉਸ ਨੇ 26 ਸਤੰਬਰ ਨੂੰ ਕਾਨਪੁਰ ਵਿਖੇ ਆਪਣੇ ਅਨੁਯਾਈਆਂ ਨੂੰ ਇਕੱਤਰ ਕੀਤਾ ਅਤੇ ਸੁਰੱਖਿਆ ਬਲਾਂ ਦੀ ਛਤਰ ਛਾਇਆ ਹੇਠ ਉੱਥੇ ਇੱਕ ਹੋਰ ਸੰਮੇਲਨ ਕਰ ਲਿਆ। ਸਿੱਦਕੀ ਸਿੱਖ ਮੁੜ ਵੱਡੀ ਤਾਦਾਦ ਵਿੱਚ ਉੱਥੇ ਇਕੱਠੇ ਹੋ ਗਏ, ਪਰ ਨਿਰੰਕਾਰੀਆਂ ਨੇ ਹਿੰਦੂ ਪੁਲਿਸ ਦੀ ਮਦਦ ਨਾਲ
ਉਹਨਾਂ ਉੱਪਰ ਹਮਲਾ ਕਰ ਦਿੱਤਾ। ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਸਿੱਖਾਂ ਉੱਪਰ ਗੋਲੀ ਚਲਾਈ। ਪੁਲਿਸ ਸ਼ਕਤੀ ਦੇ ਵਹਿਸ਼ੀਆਨਾ ਇਸਤੇਮਾਲ ਨੇ ਖੂਨੀ ਪੈੜਾਂ ਪਾ ਦਿੱਤੀਆਂ। 8 ਸਿੱਖ ਮਾਰੇ ਗਏ ਅਤੇ 80 ਦੇ ਕਰੀਬ ਗੰਭੀਰ ਜ਼ਖਮੀ ਹੋਏ। ਇਹ ਭਿਆਨਕ ਅਪਰਾਧ ਹਿੰਦੂ ਪੁਲਿਸ ਵੱਲੋਂ ਨਿਰੰਕਾਰੀਆਂ ਅਤੇ ਸਰਕਾਰ ਦੀ ਮਿਲੀ ਭੁਗਤ ਨਾਲ ਕੀਤਾ ਗਿਆ ਸੀ। ਇਸ ਕਾਨਪੁਰ ਦੁਖਾਂਤ ਨੇ ਇਹ ਪ੍ਰਤੱਖ ਦਿਖਾ ਦਿੱਤਾ ਕਿ ਹਿੰਦੂ ਸ਼ਰੇਆਮ ਨਿਰੰਕਾਰੀਆਂ ਦਾ ਸਾਥ ਦੇ ਰਹੇ ਸਨ ਅਤੇ ਸਿੱਖਾਂ ਵਿਰੁੱਧ ਲਾਮਬੰਦ ਸਨ। ਇਸ ਦੇ ਬਾਵਜੂਦ ਸੰਤ ਭਿੰਡਰਾਂਵਾਲੇ ਨੇ ਨਿਰੰਕਾਰੀਆਂ ਅਤੇ ਹਿੰਦੂਆਂ ਦੇ ਨਾਪਾਕ ਗੱਠਜੋੜ ਤੋਂ ਨਿਧੜਕ ਰਹਿੰਦੇ ਹੋਏ ਖਾਲਸੇ ਦੀ ਖੁੱਸੀ ਸ਼ਾਨ ਦੀ ਬਹਾਲੀ ਲਈ ਆਪਣੀ ਜੱਦੋ-ਜਹਿਦ ਜਾਰੀ ਰੱਖੀ। ਜਦੋਂ ਵੀ ਅਤੇ ਜਿੱਥੇ ਵੀ ਕਿਤੇ ਅਕਾਲੀ ਸਿੱਖੀ ਦੇ ਰਸਤੇ ਤੋਂ ਥਿੜਕੇ, ਉਸ ਨੇ ਉਹਨਾਂ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਅਤੇ ਉਹਨਾਂ ਨੂੰ ਠੀਕ ਰਸਤੇ ਤੇ ਚੱਲਣ ਦੀ ਸਲਾਹ ਦਿੱਤੀ। ਅਕਾਲੀਆਂ ਦੇ ਸਿੱਖ ਧਰਮ ਦੇ ਅਕੀਦੇ ਤੋਂ ਥਿੜਕਣ ਦੀ ਮਹੱਤਵਪੂਰਨ ਮਿਸਾਲ ਲੁਧਿਆਣਾ ਵਿਖੇ 26 ਅਕਤੂਬਰ ਤੋਂ 28 ਅਕਤੂਬਰ 1978 ਤੱਕ ਹੋਈ ਇਤਿਹਾਸਕ ਅਕਾਲੀ ਕਾਨਫਰੰਸ ਹੈ। ਫੁੱਟਨੋਟ: ਅਕਾਲੀ ਦਲ ਨੇ ਲੁਧਿਆਣਾ ਕਾਨਫਰੰਸ 'ਚ ਆਨੰਦਪੁਰ ਸਾਹਿਬ ਵਿਖੇ 1973 ਪਾਸ ਕੀਤੇ ਗਏ ਮਤੇ ਵਿੱਚ ਕੁਝ ਤਬਦੀਲੀਆਂ ਕਰ ਲਈਆਂ ਅਤੇ ਇਸ ਨੂੰ ਸੋਧੇ ਹੋਏ ਰੂਪ ਵਿੱਚ ਪਾਸ ਕਰ ਦਿੱਤਾ। ਸੰਤ ਜਰਨੈਲ ਸਿੰਘ ਕਾਇਰ ਹਰਚੰਦ ਸਿੰਘ ਲੌਂਗੋਵਾਲ, ਜਿਹੜਾ ਕਿ ਕਮਜ਼ੋਰ, ਬੁੱਝੜ ਅਤੇ ਠੋਸਿਆ ਗਿਆ ਆਗੂ ਸੀ, ਤੋਂ ਉਲਟ ਇੱਕ ਨਿਪੁੰਨ ਅਤੇ ਜਮਾਂਦਰੂ ਨੇਤਾ ਸੀ। ਲੌਂਗੋਵਾਲ ਕੇਵਲ ਸਰੀਰਕ ਕੱਦ ਕਾਠ ਵਿੱਚ ਹੀ ਬੌਣਾ ਨਹੀਂ ਸੀ, ਸਗੋਂ ਸਿਆਣਪ ਪੱਖੋਂ ਵੀ ਸੰਤ ਭਿੰਡਰਾਂਵਾਲੇ ਦੀ ਤੁਲਨਾ 'ਚ ਬੇਹੱਦ ਬੌਣਾ ਸੀ। ਸੰਤ ਭਿੰਡਰਾਂਵਾਲੇ ਕੋਲ ਮਹਾਨ ਦੂਰਦ੍ਰਿਸ਼ਟੀ ਅਤੇ ਅਗੰਮੀ ਸੂਝ ਸੀ। ਉਸ ਕੋਲ ਕਮਾਲ ਦੀ ਖੋਜੀ ਅੰਤਰਦ੍ਰਿਸ਼ਟੀ ਅਤੇ ਅਨੁਭਵ ਸ਼ਕਤੀ ਸੀ। ਉਹ ਅਜਿੱਤ ਹੌਸਲੇ, ਸੂਰਮਗਤੀ ਅਤੇ ਰੂਹਾਨੀ ਤਾਕਤ ਦਾ ਪ੍ਰਤੀਕ ਸੀ। ਉਸ ਦੇ 6 ਫੁੱਟ ਤੋਂ ਵੱਧ ਲੰਬੇ ਕੱਦ, ਦਿਲ ਚੀਰਵੀਆਂ ਅਤੇ ਭਖਦੀਆਂ ਅੱਖਾਂ ਨੇ ਸਿੱਖ ਕਿਸਾਨੀ, ਸਿੱਖ ਬੁੱਧੀਜੀਵੀਆਂ ਅਤੇ ਸਿੱਖ ਨੌਜਵਾਨਾਂ ਦੀ ਸਥਾਲ ਹੋਈ ਸ਼ਕਤੀ ਵਿੱਚ ਮੁੜ ਜਾਨ ਪਾ ਦਿੱਤੀ। ਇਹਨਾਂ ਅਸਾਧਾਰਨ ਖੂਬੀਆਂ ਨੇ ਉਸ ਨੂੰ ਇੱਕ ਰਵਾਇਤੀ ਕਿਸਾਨ ਪ੍ਰਚਾਰਕ ਦੀ ਅਵਸਥਾ ਤੋਂ ਉੱਪਰ ਉਠਾ ਕੇ ਇੱਕ ਮਹਾਨ ਨੇਤਾ ਅਤੇ ਸਿੱਖ ਮੱਤ ਦੇ ਜਾਂਬਾਜ਼ ਰਾਖੇ ਦੇ ਰੁਤਬੇ ਤੇ ਪਹੁੰਚਾ ਦਿੱਤਾ। ਉਸ ਨੂੰ ਕਿਸੇ ਪੈਗੰਬਰ ਜਾਂ ਮਸੀਹੇ ਤੋਂ ਥੋੜਾ ਹੀ ਫਰਕ ਨਾਲ ਦੇਖਿਆ ਜਾ ਸਕਦਾ ਹੈ। ਕੋਈ 20ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਪੈਦਾ ਹੋਇਆ ਅਜਿਹਾ ਕੋਈ ਹੋਰ ਨੇਤਾ ਜਿਸ ਨੇ ਖਾਲਸਾ ਪੰਥ ਅੰਦਰ ਵਿਸ਼ਵ ਪੱਧਰ ਤੇ ਇੰਜ ਨਵੀਂ ਜਾਨ ਪਾਈ ਹੋਵੇ ਅਤੇ ਇਸ ਨੂੰ ਇੱਕ ਅਜਿੱਤ ਅਤੇ ਅਟੁੱਟ ਸੰਸਥਾ ਦੇ ਰੂਪ ਵਿੱਚ ਉਭਾਰਿਆ ਹੋਵੇ। ਇਹ ਉਸ ਦੀ ਕ੍ਰਿਸ਼ਮਾਈ ਅਤੇ ਆਕਰਸ਼ਕ ਸ਼ਖਸੀਅਤ ਦਾ ਹੀ ਕਮਾਲ ਸੀ ਕਿ ਉਹ ਸੂਰਜ ਵਾਂਗ ਚੜ੍ਹਿਆ ਅਤੇ ਕੁਝ ਹੀ ਸਾਲਾਂ ਦੇ ਥੋੜੇ ਜਿਹੇ ਸਮੇਂ ਵਿੱਚ ਉਸ ਨੇ ਬਾਕੀ ਸਾਰੇ ਅਕਾਲੀ ਨੇਤਾਵਾਂ ਨੂੰ ਗ੍ਰਹਿਣ ਲਾ ਦਿੱਤਾ। ਅਜਿਹਾ ਆਗੂ ਕਦੇ ਕਦਾਈ ਅਤੇ ਰੱਬ ਸਬੱਬੀ ਹੀ ਪੈਦਾ ਹੁੰਦਾ ਹੈ। ਇਸ ਲਈ ਉਸ ਦੀ ਲੌਂਗੋਵਾਲ ਨਾਲ ਬਰਾਬਰੀ ਕਰਨੀ ਸੂਰਜ ਦੀ ਮੋਮਬੱਤੀ ਨਾਲ ਬਰਾਬਰੀ ਕਰਨ ਦੇ ਤੁੱਲ ਹੈ। ਕਿਸੇ ਮੋਮਬੱਤੀ ਨੂੰ ਇੱਕੋ ਫੂਕ ਨਾਲ ਬੁਝਾਇਆ ਜਾ ਸਕਦਾ ਹੈ, ਪਰ ਸੂਰਜ ਬਾਰੇ ਅਜਿਹਾ ਸੋਚਣਾ ਸਰਾਸਰ ਬੇਵਕੂਫੀ ਹੈ। ਮੋਮਬੱਤੀ ਤਾਂ ਰੌਸ਼ਨੀ ਵੀ ਤਦ ਦਿੰਦੀ ਹੈ ਜਦੋਂ ਉਸ ਨੂੰ ਬਾਲਿਆ ਜਾਂਦਾ ਹੈ, ਪਰ ਸੂਰਜ ਆਪਣੀ ਸਦੀਵੀ ਊਰਜਾ ਨਾਲ ਚਮਕਦਾ ਹੈ ਅਤੇ ਜਿੱਥੇ ਵੀ ਜਾਂਦਾ ਹੈ ਰੌਸ਼ਨੀ ਵੰਡਦਾ ਹੈ। ਸੰਤ ਜਰਨੈਲ ਸਿੰਘ ਵੀ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਸੂਰਜ ਵਾਂਗ ਚਮਕਦਾ ਰਹੇਗਾ। 1983 ਦਾ ਵਰ੍ਹਾ ਧਰਮ ਯੁੱਧ ਮੋਰਚੇ ਅਤੇ ਅਕਾਲੀਆਂ ਲਈ ਬਹੁਤ ਨਾਜ਼ੁਕ ਸੀ। ਜਦੋਂ ਵੀ ਮੋਰਚਾ ਸਫਲਤਾ ਦੇ ਨੇੜੇ ਪਹੁੰਚਦਾ, ਇੰਦਰਾ ਗਾਂਧੀ ਅਕਾਲੀਆਂ ਨੂੰ ਗੱਲਬਾਤ ਦਾ ਸੱਦਾ ਦੇ ਦਿੰਦੀ, ਪਰ ਮਸਲਿਆਂ ਨੂੰ ਸੁਲਝਾਉਣ ਦੇ ਇਰਾਦੇ ਨਾਲ ਨਹੀਂ, ਸਗੋਂ ਸਿੱਖਾਂ ਦੇ ਉਤਸ਼ਾਹ ਨੂੰ ਮੱਠਾ ਪਾਉਣ ਅਤੇ ਮੋਰਚੇ ਨੂੰ ਢਹਿੰਦੀ ਕਲਾ ਵੱਲ ਧਕੇਲਣ ਲਈ। ਇਵੇਂ ਉਸਨੇ ਅਕਾਲੀ ਨੇਤਾਵਾਂ ਨੂੰ ਮੁਕੰਮਲ ਤੌਰ ਤੇ ਮੂਰਖ ਬਣਾਇਆ ਅਤੇ ਸਿੱਖ ਪੰਥ ਦੀਆਂ ਨਜ਼ਰਾਂ ਵਿੱਚ ਉਸ ਦੇ ਅਕਸ਼ ਨੂੰ ਬੁਰੀ ਤਰ੍ਹਾਂ ਢਾਹ ਲਾਈ। ਉਸ ਨੇ ਉੱਚ ਦਰਜੇ ਦੀ ਹੁਸ਼ਿਆਰੀ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਨੀਵਾਂ ਵਿਖਾਇਆ ਅਤੇ ਇਵੇਂ ਲੌਂਗੋਵਾਲ ਦੇ ਅਕਸ਼ ਨੂੰ ਵੀ ਢਾਹ ਲੱਗੀ ਅਤੇ ਉਹ ਜ਼ਲੀਲ ਹੋਇਆ। ਇਹ ਕੇਵਲ ਸੰਤ ਭਿੰਡਰਾਂਵਾਲਾ ਹੀ ਸੀ ਜੋ ਸਰਕਾਰ ਦੀ ਖਤਰਨਾਕ ਖੇਡ ਦੇ ਆਰ-ਪਾਰ ਦੇਖ ਰਿਹਾ ਸੀ। ਇਸ ਲਈ ਉਸ ਨੇ ਬਾਰ-ਬਾਰ ਅਕਾਲੀ ਨੇਤਾਵਾਂ ਨੂੰ ਸਰਕਾਰ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ, ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਦੇ ਮਸ਼ਵਰੇ ਨੂੰ ਗੰਭੀਰਤਾ ਨਾਲ ਨਾ ਮੰਨਿਆ। ਲੌਂਗੋਵਾਲ, ਬਰਨਾਲਾ, ਬਲਵੰਤ ਸਿੰਘ ਬਾਦਲ ਅਤੇ ਹੋਰ ਪੰਥ ਦੇ ਨਾਂ ਤੇ ਸੱਤਾ ਪ੍ਰਾਪਤੀ ਲਈ
ਤਰਲੋ ਮੱਛੀ ਹੋ ਰਹੇ ਸਨ, ਪਰ ਮਹਾਨ ਨਾਇਕ ਸੰਤ ਜਰਨੈਲ ਸਿੰਘ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੱਤ ਦੀ ਰਾਖੀ ਅਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਜੂਝ ਰਿਹਾ ਸੀ। ਜਦੋਂ ਸੰਤ ਜਰਨੈਲ ਸਿੰਘ ਬੁੱਢੇ ਅਤੇ ਜਵਾਨ ਸਾਰੇ ਸਿੱਖਾਂ ਦੀ ਮਨ ਆਤਮਾ ਨੂੰ ਜਿੱਤ ਚੁੱਕਾ ਸੀ, ਤਾਂ ਲੌਂਗੋਵਾਲ ਵਰਗੇ ਬੌਣੇ ਵਿਅਕਤੀ ਲਈ ਉਸ ਨੂੰ ਉਹਨਾਂ ਦੇ ਦਿਲਾਂ ਵਿੱਚੋਂ ਕੱਢਣਾ ਤਕਰੀਬਨ ਅਸੰਭਵ ਸੀ। ਆਪਣੀ ਲੀਡਰਸ਼ਿਪ ਨੂੰ ਖੋਰਾ ਲੱਗਦਾ ਮਹਿਸੂਸ ਕਰਕੇ ਲੌਂਗੋਵਾਲ ਨੇ ਸੰਤ ਭਿੰਡਰਾਂ ਵਾਲਿਆਂ ਦਾ ਕੰਡਾ ਕੱਢਣ ਲਈ ਬੜੀ ਤੀਬਰਤਾ ਨਾਲ ਇੰਦਰਾ ਗਾਂਧੀ ਨਾਲ ਗਾਂਠ-ਸਾਂਠ ਕੀਤੀ। ਲੌਂਗੋਵਾਲ ਨੇ ਗੁਰੂ ਨਾਨਕ ਨਿਵਾਸ ਵਿੱਚੋਂ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਵਾਸਤੇ ਇੰਦਰਾ ਗਾਂਧੀ ਨੂੰ ਹਰੀ ਝੰਡੀ ਦੇ ਦਿੱਤੀ। ਇਸ ਲਈ ਇੰਦਰਾ ਗਾਂਧੀ ਨੇ ਸੰਤ ਭਿੰਡਰਾਂ ਵਾਲੇ ਨੂੰ ਦਸੰਬਰ 1983 ਵਿੱਚ ਗ੍ਰਿਫਤਾਰ ਕਰਨ ਲਈ ਖੁਫੀਆ ਵਿਉਂਤ ਬਣਾਈ। ਭਿੰਡਰਾਂ ਵਾਲੇ ਦੀ ਗ੍ਰਿਫਤਾਰੀ ਨੂੰ ਸੁਵਿਧਾਜਨਕ ਬਣਾਉਣ ਲਈ ਲੌਂਗੋਵਾਲ ਅਤੇ ਕਿਰਪਾਲ ਸਿੰਘ, ਜੋ ਅਕਾਲ ਤਖਤ ਦਾ ਖੁਦਗਰਜ਼ ਅਤੇ ਲਾਚਾਰ ਜਿਹਾ ਜਥੇਦਾਰ ਸੀ, ਨੇ ਅਸਿੱਧੇ ਤੌਰ ਤੇ ਇਹ ਵਿਚਾਰ ਕੇਂਦਰ ਤੱਕ ਪਹੁੰਚਾ ਦਿੱਤਾ ਕਿ ਗੁਰੂ ਨਾਨਕ ਨਿਵਾਸ ਦਰਬਾਰ ਸਾਹਿਬ ਦਾ ਹਿੱਸਾ ਨਹੀਂ ਅਤੇ ਕੇਂਦਰ ਸਰਕਾਰ ਬਿਨਾਂ ਝਿਜਕ ਸੰਤ ਭਿੰਡਰਾਂ ਵਾਲੇ ਨੂੰ ਗ੍ਰਿਫਤਾਰ ਕਰਨ ਲਈ ਉੱਥੇ ਕਮਾਂਡੋ ਭੇਜ ਸਕਦੀ ਹੈ। ਲੌਂਗੋਵਾਲ ਵਰਗੇ ਬੇਈਮਾਨ ਵੱਲੋਂ ਕੇਵਲ ਆਪਣੀ ਲੀਡਰਸ਼ਿਪ ਨੂੰ ਜਿੰਦਾ ਰੱਖਣ ਹਿੱਤ ਸੰਤ ਭਿੰਡਰਾਂ ਵਾਲੇ ਦੀ ਗ੍ਰਿਫਤਾਰੀ ਲਈ ਇਸ ਹੱਦ ਤੱਕ ਗਿਰ ਜਾਣਾ ਕੋਈ ਅਪਵਿੱਤਰ ਗੱਲ ਨਹੀਂ ਸੀ। ਇਸ ਹੋਸ਼ੀ ਸਾਜ਼ਿਸ਼ ਵਿੱਚ ਸਿੱਖ ਪੰਥ ਦੇ ਕੁਝ ਗਦਾਰਾਂ ਵਿੱਚੋਂ ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਸਾਬਕਾ ਵਿੱਤ ਮੰਤਰੀ ਤੋਂ ਇਲਾਵਾ ਬਲਵੰਤ ਸਿੰਘ ਰਾਮੂਵਾਲੀਆ ਨਾਮੀ ਜੋਕਰਨੁਮਾ ਸ਼ਖਸ ਵੀ ਸਰਗਰਮੀ ਨਾਲ ਸ਼ਾਮਲ ਸੀ। ਇਨ੍ਹਾਂ ਤਿੰਨਾਂ ਖੋਟੇ ਅਤੇ ਵਿਸ਼ਵਾਸਹੀਣ ਜੀਵਾਂ ਨੇ ਇੱਕ ਗੱਠਜੋੜ ਸਿਰਜਿਆ ਹੋਇਆ ਸੀ, ਜਿਸ ਦੀ ਸਲਾਹ ਤੇ ਲੌਂਗੋਵਾਲ ਬਹੁਤ ਇੱਛਾ ਪੂਰਵਕ ਅਮਲ ਕਰਦਾ ਸੀ। ਇੱਥੇ ਹਰ ਹਾਲਤ ਵਿੱਚ ਇਹ ਗਲਤ ਧਾਰਨਾ ਬਿਲਕੁਲ ਨਾ ਬਣਾਈ ਜਾਵੇ ਕਿ ਲੌਂਗੋਵਾਲ ਨੂੰ ਮੁਕੰਮਲ ਤੌਰ ਤੇ ਕੇਵਲ ਇਹਨਾਂ ਵੱਲੋਂ ਹੀ ਗੁੰਮਰਾਹ ਕੀਤਾ ਜਾਂਦਾ ਸੀ। ਅਸਲ ਵਿੱਚ ਉਹ ਆਪਣਾ ਕਪਟ ਭਰਪੂਰ ਰੋਲ ਪੂਰਨ ਸਵੈ ਇੱਛਾ ਦਿਲਚਸਪੀ ਨਾਲ ਅਦਾ ਕਰ ਰਿਹਾ ਸੀ। ਲੌਂਗੋਵਾਲ ਅਤੇ ਇੰਦਰਾ ਗਾਂਧੀ ਦੇ ਇਸ ਮੰਦਭਾਵੀ ਮਨਸੂਬੇ ਨੂੰ ਭਾਂਪਦੇ ਹੋਏ ਖਾਲਸਾ ਪੰਥ ਦੇ ਮਹਾਬਲੀ ਨਾਇਕ ਸੰਤ ਭਿੰਡਰਾਂ ਵਾਲੇ ਨੇ 15 ਦਸੰਬਰ 1983 ਨੂੰ ਆਪਣਾ ਟਿਕਾਣਾ ਅਕਾਲ ਤਖਤ ਵਿਖੇ ਬਦਲ ਲਿਆ ਅਤੇ ਸਿੱਖਾਂ ਦੇ ਕਾਜ ਲਈ ਲੜਾਈ ਜਾਰੀ ਰੱਖਣ ਖਾਤਰ ਇਸ ਨੂੰ ਆਪਣਾ ਹੈੱਡਕੁਆਟਰ ਬਣਾ ਲਿਆ। ਸੰਤ ਭਿੰਡਰਾਂ ਵਾਲੇ ਤੇ ਲੌਂਗੋਵਾਲ ਦਰਮਿਆਨ ਦਰਾੜ ਵਧਣ ਤੋਂ ਪਹਿਲਾਂ ਲੌਂਗੋਵਾਲ ਨੇ ਜਨਵਰੀ 1983 ਵਿੱਚ ਅੰਮ੍ਰਿਤਸਰ ਵਿਖੇ ਸਿੱਖ ਮੰਗਾਂ ਮਨਵਾਉਣ ਦੇ ਰਸਤੇ ਅਤੇ ਸਾਧਨ ਤਲਾਸ਼ਣ ਲਈ ਇੱਕ ਸੰਮੇਲਨ ਬੁਲਾਇਆ। ਇਸ ਸੰਬੰਧੀ ਹੁੰਗਾਰਾ ਡਾਢਾ ਉਤਸ਼ਾਹਜਨਕ ਸੀ, ਕਿਉਂ ਜੋ ਇਸ ਵਿੱਚ ਸਾਬਕਾ ਫੌਜੀਆਂ ਸਹਿਤ 3000 ਸਿੱਖਾਂ ਨੇ ਸ਼ਮੂਲੀਅਤ ਕੀਤੀ। ਸ਼ਾਮਲ ਹੋਣ ਵਾਲਿਆਂ ਵਿੱਚ 200 ਦੇ ਕਰੀਬ ਸਿੱਖ ਫੌਜੀ ਅਫਸਰ ਸਨ, ਜੋ ਕਰਨਲ ਦੇ ਰੈਂਕ ਤੋਂ ਉੱਪਰ ਸਨ। ਪਰ ਇਹਨਾਂ ਵਿੱਚੋਂ ਸਭ ਤੋਂ ਚਮਕਦਾ ਸਿਤਾਰਾ ਜਨਰਲ ਸੁਬੇਗ ਸਿੰਘ ਸੀ, ਜੋ ਮੁਕਤੀ ਬਾਹਨੀ ਦਾ ਆਯੋਜਕ ਸੀ ਅਤੇ 1971 ਦੀ ਬੰਗਲਾਦੇਸ਼ ਲੜਾਈ ਦਾ ਹੀਰੋ ਸੀ। ਉਸ ਜੰਗ ਵਿੱਚ ਸੁਬੇਗ ਸਿੰਘ ਦਾ ਪ੍ਰਦਰਸ਼ਨ ਬੇਹੱਦ ਉੱਤਮ ਸੀ ਅਤੇ ਇਸ ਰੋਲ ਸਦਕਾ ਸਾਰੇ ਰਾਸ਼ਟਰ ਵੱਲੋਂ ਉਸ ਦੀ ਉਸਤਤ ਅਤੇ ਵਾਹ-ਵਾਹ ਕੀਤੀ ਗਈ। ਉਹ ਲੋਕ ਕਥਾਵਾਂ ਜਿਹਾ ਹੀਰੋ ਬਣ ਗਿਆ, ਪਰੰਤੂ ਬਹੁਤ ਜ਼ਿਆਦਾ ਹੰਕਾਰੀ ਅਤੇ ਵਡਿਆਈ ਦੀ ਲਾਲਸਾ ਰੱਖਣ ਵਾਲੀ ਇੰਦਰਾ ਗਾਂਧੀ ਅਜਿਹੀ ਫਿਤਰਤ ਦੀ ਔਰਤ ਨਹੀਂ ਸੀ, ਜਿਹੜੀ ਕਿ 1971 ਦੀ ਜੰਗ ਦੀ ਜਿੱਤ ਦੀ ਵਡਿਆਈ ਕਿਸੇ ਹੋਰ ਨੂੰ ਸਾਂਝੀ ਕਰਨ ਦੀ ਆਗਿਆ ਦੇ ਸਕਦੀ। ਉਹ ਇਸ ਦਾ ਇੱਕੋ ਇੱਕ ਹੀਰੋ ਖੁਦ ਬਣਨਾ ਚਾਹੁੰਦੀ ਸੀ। ਇਸ ਸੰਦਰਭ ਵਿੱਚ ਉਸ ਨੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਇੱਕ ਫਜ਼ੂਲ ਜਿਹੇ ਕੇਸ ਵਿੱਚ ਫਸਾ ਦਿੱਤਾ, ਜਦੋਂ ਉਹ ਜੱਬਲਪੁਰ ਵਿਖੇ ਦੱਖਣੀ ਕਮਾਂਡ ਦੇ GOC ਵਜੋਂ ਤਾਇਨਾਤ ਸੀ ਅਤੇ ਭ੍ਰਿਸ਼ਟਾਚਾਰ ਦੇ ਨਿਗੂਣੇ ਦੋਸ਼ ਦੇ ਆਧਾਰ ਤੇ ਬਰਖਾਸਤ ਕਰ ਦਿੱਤਾ। ਉਸ ਦੇ ਖਿਲਾਫ ਇੱਕੋ ਇੱਕ ਦੋਸ਼ ਇਹ ਸੀ ਕਿ ਉਸ ਨੇ ਇੱਕ ਨਿਕੰਮੀ ਫੌਜੀ ਜੀਪ ਜੌਂਗਾ ਆਪਣੇ ਕਿਸੇ ਸੰਬੰਧੀ ਕੋਲ ਨਿਲਾਮ ਕਰ ਦਿੱਤੀ ਸੀ। ਸਰਕਾਰ ਵੱਲੋਂ ਇਸ ਤੁੱਛ ਦੋਸ਼ ਸੰਬੰਧੀ ਕੀਤੀ ਗਈ ਪੜਤਾਲ ਵਿੱਚ ਇਹ ਪ੍ਰਗਟਾਵਾ ਕੀਤਾ ਗਿਆ ਕਿ ਮੇਜਰ ਜਨਰਲ ਨੇ ਜੌਂਗਾ ਕਿਸੇ ਹੋਰ ਨਾਂ ਦੇ ਹੇਠ ਖੁਦ ਆਪਣੇ ਲਈ ਖਰੀਦਿਆ ਸੀ। ਕਿ ਇਸ ਤਰ੍ਹਾਂ ਦਾ ਨਿਗੂਣਾ ਦੋਸ਼ ਅਜਿਹੇ ਬਹਾਦਰ ਜਨਰਲ ਨੂੰ ਇੰਨੇ ਉੱਚ ਅਹੁਦੇ ਤੋਂ ਆਪਣੀ ਸੇਵਾ ਮੁਕਤੀ ਦੇ ਮਹਿਜ ਇੱਕ ਦਿਨ ਪਹਿਲਾਂ ਲਾਹੇ ਜਾਣ ਦੀ ਮੰਗ ਕਰਦਾ ਸੀ। ਇਹ ਸਾਰੀ ਸ਼ਰਾਰਤ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਕੀਤੀ ਗਈ ਸੀ, ਜੋ ਉਸ ਦੀ ਸ਼ਾਖ ਨੂੰ ਘਟਾਉਣਾ ਚਾਹੁੰਦੀ ਸੀ। ਉਸ ਨੇ
ਬੜਾ ਸਹਿਜੇ ਹੀ 1971 ਦੀ ਜੰਗ ਦੌਰਾਨ ਉਸ ਦੀ ਸਿਰ ਕੱਢਵੀਂ ਕਾਰਗੁਜ਼ਾਰੀ ਨੂੰ ਭੁਲਾ ਦਿੱਤਾ। ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਉਸ ਨੇ ਇੱਕ ਸਿਰਮੌਰ ਫੌਜੀ ਜਨਰਲ ਨੂੰ ਅਪਮਾਨਿਤ ਕੀਤਾ। ਲਗਭਗ ਅਜਿਹੀ ਹੀ ਹੱਤਕਦਾਮੀ ਪਹਿਲੀ ਹਿੰਦ ਪਾਕਿਸਤਾਨ ਜੰਗ ਵਿੱਚ ਸਿਰ ਕੱਢਵੇਂ ਪ੍ਰਦਰਸ਼ਨ ਬਦਲੇ ਜਨਰਲ ਮਾਨਕ ਸ਼ਾਹ ਉੱਪਰ ਵੀ ਵਰਾਇਆ ਗਿਆ ਸੀ। ਸਾਬਕਾ ਫੌਜੀਆਂ ਨੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਹਨਾਂ ਨੂੰ ਕੇਂਦਰ ਤੋਂ ਮਨਵਾਉਣ ਲਈ ਢੰਗ ਤਰੀਕੇ ਲੱਭਣ ਦਾ ਯਤਨ ਕੀਤਾ। ਉਹਨਾਂ ਵਿੱਚੋਂ ਕੁਝ ਨੇ ਲੌਂਗੋਵਾਲ ਦੀ ਨਰਮ ਅਤੇ ਸ਼ਾਂਤੀਪੂਰਨ ਨੀਤੀ ਦੀ ਹਮਾਇਤ ਕੀਤੀ, ਜਦੋਂ ਕਿ ਬਹੁ ਗਿਣਤੀ ਨੇ ਸੰਤ ਭਿੰਡਰਾਂਵਾਲੇ ਦਾ ਪੱਖ ਲਿਆ, ਜਿਸ ਨੇ ਸਖਤ ਨੀਤੀ ਅਪਣਾਉਣ ਦਾ ਸੁਝਾਅ ਦਿੱਤਾ ਸੀ। ਸੰਤ ਭਿੰਡਰਾਂਵਾਲੇ ਨੇ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਜੇ ਉਹਨਾਂ ਇੰਦਰਾ ਗਾਂਧੀ ਅੱਗੇ ਡੰਡੌਤ ਕਰਨੀ ਜਾਰੀ ਰੱਖੀ ਤਾਂ ਕੇਂਦਰ ਸਰਕਾਰ ਕਦੇ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਸਵੀਕਾਰ ਨਹੀਂ ਕਰੇਗੀ। ਉਸ ਨੇ ਜ਼ੋਰਦਾਰ ਸ਼ਬਦਾਂ ਵਿੱਚ ਉਹਨਾਂ ਨੂੰ ਹਿੰਮਤ ਕਰਨ, ਇਕੱਠੇ ਹੋਣ ਅਤੇ ਆਪਣੇ ਜਾਇਜ਼ ਹੱਕ ਖੋਹ ਲੈਣ ਦੀ ਨਸੀਹਤ ਕੀਤੀ। ਸਾਬਕਾ ਸਿੱਖ ਫੌਜੀਆਂ ਅਤੇ ਅਫਸਰਾਂ ਨੇ ਸੰਤ ਭਿੰਡਰਾਂਵਾਲੇ ਦੀ ਜ਼ਬਰਦਸਤ ਹਮਾਇਤ ਕੀਤੀ। ਇਸ ਤੇ ਲੌਂਗੋਵਾਲ ਨੇ ਆਪਣੇ ਆਪ ਨੂੰ ਮਹੱਤਵਹੀਣ ਅਤੇ ਅਪਮਾਨਿਤ ਮਹਿਸੂਸ ਕੀਤਾ। ਮੇਜਰ ਜਨਰਲ ਸੁਬੇਗ ਸਿੰਘ ਸੰਤ ਭਿੰਡਰਾਂਵਾਲੇ ਵੱਲੋਂ ਅਪਣਾਈ ਗਈ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਹ ਉਸ ਦਾ ਮੁੱਖ ਸੈਨਿਕ ਸਲਾਹਕਾਰ ਬਣ ਗਿਆ। ਹਾਲਾਂਕਿ ਜਨਰਲ ਨਰਿੰਦਰ ਸਿੰਘ ਵੀ ਜੁਝਾਰੂ ਸੰਗਠਨਾਂ ਨੂੰ ਮਦਦ ਮੁਹੱਈਆ ਕਰਨ ਲਈ ਉੱਥੇ ਮੌਜੂਦ ਸੀ। IPS ਅਫਸਰ ਸਿਮਰਨਜੀਤ ਸਿੰਘ ਮਾਨ ਉਸ ਦਾ ਵਿਚਾਰਧਾਰਕ ਤੌਰ ਤੇ ਸਮਰਥਕ ਸੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਅਤੇ ਸੰਤ ਭਿੰਡਰਾਂਵਾਲੇ ਦੇ ਪੂਰਵ ਅਧਿਕਾਰੀ ਸੰਤ ਕਰਤਾਰ ਸਿੰਘ ਜੀ ਦਾ ਸੁਪੁੱਤਰ ਭਾਈ ਅਮਰੀਕ ਸਿੰਘ ਉਸ ਦਾ ਸਾਥੀ ਸੀ। ਸੁਰਿੰਦਰ ਸਿੰਘ ਸੋਢੀ ਉਸ ਦਾ ਸਿਰ ਕੱਢ ਜੁਝਾਰੂ ਅੰਗ ਰੱਖਿਅਕ ਸੀ। ਸੰਤ ਭਿੰਡਰਾਂਵਾਲੇ ਦੇ ਹੋਰ ਜੁਝਾਰੂ ਅੰਗ ਰੱਖਿਅਕ ਬਾਬਾ ਠਾਰਾ ਸਿੰਘ, ਭਾਈ ਸੁਜਾਨ ਸਿੰਘ ਮਨਾਵਾ, ਭਾਈ ਦਲਬੀਰ ਸਿੰਘ ਅਭਿਆਸੀ, ਜਥੇਦਾਰ ਰਾਮ ਸਿੰਘ ਸੁਲਤਾਨਪੁਰ ਲੋਧੀ ਸਨ। ਭਾਈ ਰਛਪਾਲ ਸਿੰਘ ਜੋ ਸਾਇੰਸ ਮਾਸਟਰ ਦੀ ਨੌਕਰੀ ਤਿਆਗ ਕੇ ਟਕਸਾਲ ਦਾ ਮੈਂਬਰ ਬਣਿਆ ਸੀ, ਉਸ ਦਾ PA ਸੀ। ਭਾਈ ਸੁਰਿੰਦਰ ਸਿੰਘ ਸੋਢੀ ਬਾਰੇ ਇਹ ਦੰਦ ਕਥਾ ਸੀ ਕਿ ਉਹ ਨਾ ਕੇਵਲ ਇੱਕ ਗਜ਼ਬ ਦਾ ਨਿਸ਼ਾਨੇਬਾਜ਼ ਹੀ ਸੀ, ਸਗੋਂ ਉਹ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਕੋਈ ਵੀ ਚੀਜ਼ ਚਲਾ ਸਕਦਾ ਸੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਸੰਤ ਦਾ ਦੋਭਾਸ਼ੀਆ ਅਤੇ ਮੁੱਖ ਰਾਜਸੀ ਸਲਾਹਕਾਰ ਸੀ। ਭਾਈ ਰਣਜੀਤ ਸਿੰਘ ਜਿਸ ਤੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਮਾਰਨ ਦਾ ਦੋਸ਼ ਸੀ, ਸੰਤ ਭਿੰਡਰਾਂਵਾਲੇ ਦਾ ਨਜ਼ਦੀਕੀ ਵਿਸ਼ਵਾਸ ਪਾਤਰ ਸੀ। ਬਾਅਦ ਵਿੱਚ ਲੌਂਗੋਵਾਲ ਨੇ ਉਸ ਦਾ ਸੰਤ ਨਾਲ ਸਾਥ ਛੁਡਾ ਦਿੱਤਾ ਤੇ ਪਿੱਛੋਂ ਸੁਰਜੀਤ ਸਿੰਘ ਬਰਨਾਲੇ ਰਾਹੀਂ ਦਿੱਲੀ ਪੁਲਿਸ ਕੋਲ ਉਸ ਦੇ ਆਤਮ ਸਮਰਪਣ ਦਾ ਪ੍ਰਬੰਧ ਕੀਤਾ। ਬਰਨਾਲਾ ਉਸ ਨੂੰ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਲੈ ਕੇ ਗਿਆ ਅਤੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਪ੍ਰਤੱਖ ਤੌਰ ਤੇ ਸਿੱਧ ਕਰਦੀ ਹੈ ਕਿ ਬਰਨਾਲਾ ਸਰਕਾਰ ਦਾ ਗੁਪਤ ਏਜੰਟ ਸੀ। ਦਿੱਲੀ ਪੁਲਿਸ ਕੋਲ ਭਾਈ ਰਣਜੀਤ ਸਿੰਘ ਨੂੰ ਗੁਪਤ ਢੰਗ ਨਾਲ ਪੇਸ਼ ਕਰਕੇ ਉਸ ਨੇ ਨਿਰੰਕਾਰੀਆਂ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਖੁਸ਼ ਕੀਤਾ। ਇਸ ਸੇਵਾ ਬਦਲੇ ਬਾਅਦ ਵਿੱਚ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ ਤੇ ਪਿੱਛੋਂ ਤਾਮਿਲਨਾਡੂ ਦੀ ਗਵਰਨਰੀ ਨਾਲ। ਸਾਬਕਾ ਫੌਜੀਆਂ ਦੇ ਦਿਲ ਜਿੱਤ ਕੇ ਸੰਤ ਭਿੰਡਰਾਂਵਾਲੇ ਨੇ ਆਪਣੇ ਰਸੂਖ ਵਿੱਚ ਹੋਰ ਵਾਧਾ ਕਰ ਲਿਆ। ਫਿਰ ਉਸਨੇ ਆਪਣੇ ਅੰਦੋਲਨ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਹੁਣ ਇਉਂ ਪ੍ਰਤੀਤ ਹੁੰਦਾ ਸੀ ਕਿ ਸਾਰਾ ਖਾਲਸਾ ਪੰਥ ਉਸ ਦੇ ਨਾਂ ਦੇ ਆਦੇਸ਼ਾਂ ਦੀ ਉਡੀਕ ਵਿੱਚ ਹੈ। ਉਹ ਖਾਲਸਾ ਪੰਥ ਦਾ ਨਿਰਵਿਵਾਦ ਆਗੂ ਬਣ ਚੁੱਕਾ ਸੀ। ਹਾਲਾਂਕਿ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਤੇ 63 ਹੋਰਨਾਂ ਵਿਰੁੱਧ ਕਤਲ ਅਤੇ ਬਿਨਾਂ ਲਾਇਸੈਂਸ ਹਥਿਆਰ ਰੱਖਣ ਲਈ ਫੌਜਦਾਰੀ ਮੁਕੱਦਮਾ ਦਰਜ ਕੀਤਾ ਗਿਆ ਸੀ, ਪਰ ਉਹ ਅਜੇ ਵੀ ਆਜ਼ਾਦ ਸਨ। ਪੰਜਾਬ ਦੇ ਕੱਟੜ ਨਿਰੰਕਾਰੀ ਮੁੱਖ ਸਕੱਤਰ ਹਰਦੇਵ ਸਿੰਘ ਸ਼ੀਨਾ ਨੇ 13 ਅਪ੍ਰੈਲ 1978 ਨੂੰ ਸਿੱਖਾਂ ਦੇ ਕਤਲ ਤੋਂ ਤੁਰੰਤ ਬਾਅਦ ਗੁਰਬਚਨ ਸਿੰਘ ਨੂੰ ਸੁਰੱਖਿਆ ਹੇਠ ਸਹੀ ਸਲਾਮਤ ਅੰਮ੍ਰਿਤਸਰ ਅਤੇ ਪੰਜਾਬ ਤੋਂ ਬਾਹਰ ਕੱਢ ਦਿੱਤਾ ਸੀ। ਫਿਰ ਵੀ ਅਪਰਾਧ ਨੂੰ ਸ਼ਹਿ ਦੇਣ ਵਾਲੇ ਇਸ ਅਫਸਰ ਖਿਲਾਫ, ਜਿਸ ਨੇ ਮੁੱਖ ਦੋਸ਼ੀ ਗੁਰਬਚਨ ਸਿੰਘ ਨੂੰ ਵੀ ਸ਼ਰਨ ਦਿੱਤੀ ਸੀ, ਕੋਈ ਕਾਰਵਾਈ ਨਾ ਕੀਤੀ ਗਈ। ਬੜਾ ਹੈਰਾਨੀਜਨਕ ਹੈ ਕਿ ਉਸ ਨੂੰ ਬਦਲਿਆ ਤੱਕ ਵੀ ਨਾ ਗਿਆ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਕਿ ਨਿਰੰਕਾਰੀ ਮੁਖੀ ਦਾ ਕੇਂਦਰ ਸਰਕਾਰ ਨਾਲ ਰਾਜਸੀ ਰਸੂਖ ਸੀ,
ਉਹਨੇ ਫੌਜਦਾਰੀ ਮੁਕੱਦਮਾ ਪੰਜਾਬ ਤੋਂ ਹਰਿਆਣੇ ਦੇ ਸੂਬੇ ਵਿੱਚ ਤਬਦੀਲ ਕਰਾਉਣ ਦੀ ਪੱਤੇਬਾਜ਼ੀ ਖੇਡ ਲਈ। ਭਾਰਤ ਦੀ ਸੁਪਰੀਮ ਕੋਰਟ ਨੇ ਤੁਰੰਤ ਕੇਸ ਨੂੰ ਜ਼ਿਲ੍ਹਾ ਕਰਨਾਲ ਦੇ ਐਡੀਸ਼ਨਲ ਸੈਸ਼ਨ ਜੱਜ RS ਗੁਪਤਾ ਦੀ ਅਦਾਲਤ ਵਿੱਚ ਤਬਦੀਲ ਕਰਨ ਦਾ ਹੁਕਮ ਦੇ ਦਿੱਤਾ, ਜਿਹੜਾ ਕਿ ਇੱਕ ਮੌਕਾ ਪ੍ਰਸਤ ਅਤੇ ਬਦਨਾਮ ਭ੍ਰਿਸ਼ਟ ਨਿਆਇਕ ਅਫਸਰ ਸੀ। ਇਸ ਜੱਜ ਨੇ 4 ਜਨਵਰੀ 1980 ਨੂੰ 13 ਸਿੱਖਾਂ ਦਾ ਕਤਲ ਕਰਨ ਵਾਲੇ ਨਿਰੰਕਾਰੀ ਮੁਖੀ ਅਤੇ 60 ਤੋਂ ਉੱਪਰ ਹੋਰ ਸਾਰੇ ਦੋਸ਼ੀਆਂ ਨੂੰ ਬਰੀ ਕਰਕੇ ਸਿੱਖ ਕੌਮ ਨੂੰ ਚੌਂਕਾ ਦਿੱਤਾ। ਇਹ ਨਿਆਂ ਦਾ ਅਨਰਥ ਸੀ ਅਤੇ ਇਸ ਘਟੀਆ ਕਾਰਵਾਈ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਸੀ, ਕਿਉਂਕਿ ਉਸਨੇ ਉਸ ਭ੍ਰਿਸ਼ਟ ਨਿਆਇਕ ਅਫਸਰ ਉੱਪਰ ਨਿਰੰਕਾਰੀਆਂ ਦੇ ਪੱਖ ਵਿੱਚ ਫੈਸਲਾ ਦੇਣ ਲਈ ਸਾਰੇ ਹਕੂਮਤੀ ਪ੍ਰਭਾਵ ਵਰਤੇ ਸਨ। ਸਿੱਖਾਂ ਨਾਲ ਕੀਤੇ ਗਏ ਇਸ ਭਾਰੀ ਅਨਿਆਂ ਤੋਂ ਸੰਤ ਜਰਨੈਲ ਸਿੰਘ ਉਚਾਟ ਅਤੇ ਨਿਰਾਸ਼ ਹੋ ਉੱਠਿਆ, ਪਰੰਤੂ ਨਿਰੰਕਾਰੀ ਸਾਜ਼ਬਾਜ਼ ਰਾਹੀਂ ਹੋਈ ਆਪਣੀ ਅਦਾਲਤੀ ਜਿੱਤ ਤੋਂ ਪ੍ਰਸੰਨ ਅਤੇ ਆਨੰਦਿਤ ਹੋ ਉੱਠੇ। ਰਿਹਾਈ ਮੌਕੇ ਨਿਰੰਕਾਰੀ ਮੁਖੀ ਨੇ ਸਿੱਖਾਂ ਨੂੰ ਇੱਕ ਹੋਰ ਨਿਹੋਗ ਮਾਰ ਕੇ ਉਹਨਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕ ਦਿੱਤਾ। ਉਸਨੇ ਕਿਹਾ ਕਿ ਸਿੱਖਾਂ ਦੇ ਗੁਰੂ ਨੇ ਤਾਂ 52 ਰਿਹਾ ਕਰਾਏ ਸਨ, ਪਰ ਮੈਂ 63 ਜਣਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਹੈ। ਫੁੱਟਨੋਟ: 6ਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ 52 ਰਾਜਿਆਂ ਸਣੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋਣ ਵੱਲ ਸੰਕੇਤ ਹੈ, ਪਰੰਤੂ ਇਸ ਨੈਸ਼ ਘਟਨਾ ਨੇ ਨਿਰੰਕਾਰੀਆਂ ਵਿਰੋਧੀ ਸੰਘਰਸ਼ ਨੂੰ ਇੱਕ ਨਵੀਂ ਅਤੇ ਖਤਰਨਾਕ ਦਿਸ਼ਾ ਵੱਲ ਧੱਕ ਦਿੱਤਾ। RS ਗੁਪਤਾ ਨੇ ਗਲਤ ਫੈਸਲਾ ਦਿੰਦਿਆਂ ਕੇਵਲ ਨਿਆਂ ਦੇ ਆਦਰਸ਼ਾਂ ਦੀਆਂ ਹੀ ਧੱਜੀਆਂ ਨਹੀਂ ਉਡਾਈਆਂ, ਸਗੋਂ ਉਸਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ। ਸਿੱਖਾਂ ਨੂੰ ਉਹਨਾਂ ਦਾ ਪੁਰਾਣਾ ਇਤਿਹਾਸ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਦੀ ਯਾਦ ਦਿਵਾ ਦਿੱਤੀ ਗਈ, ਖਾਸ ਕਰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ, ਜਿਨ੍ਹਾਂ ਖਾਲਸੇ ਨੂੰ ਪਾਪੀ ਦੁਸ਼ਮਣਾਂ ਤੋਂ ਬਦਲਾ ਲੈਣ ਦੀ ਲੋੜ ਬਾਰੇ ਵਿਸਥਾਰ ਪੂਰਵਕ ਸਮਝਾਇਆ ਸੀ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਦ੍ਰਿੜਤਾ ਨਾਲ ਪਾਲਣ ਕਰਦੇ ਹੋਏ 2 ਬਹਾਦਰ ਅਤੇ ਸਾਹਸੀ ਸਿੱਖ ਨੌਜਵਾਨਾਂ ਭਾਈ ਰਣਜੀਤ ਸਿੰਘ ਅਤੇ ਕਾਬਲ ਸਿੰਘ ਨੇ 24 ਅਪ੍ਰੈਲ 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਠੀਕ ਉਸ ਦੀ ਕਿਲ੍ਹਾ ਬੰਦ ਗੁਫਾ ਅੰਦਰ ਹੀ ਨਿਆਂਪੂਰਵਕ ਗੋਲੀ ਮਾਰ ਕੇ ਮਾਰ ਦਿੱਤਾ ਅਤੇ 13 ਸਿੱਖਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਉਹਨਾਂ ਦੀ ਇਸ ਦਲੇਰਾਨਾ ਕਾਰਵਾਈ ਨੇ ਖਾਲਸੇ ਦੇ ਧਰਮ ਨੂੰ ਗੌਰਵਮਈ ਬਣਾ ਦਿੱਤਾ ਅਤੇ ਉਹ ਰਾਤੋਂ ਰਾਤ ਸਿੱਖ ਪੰਥ ਦੇ ਸੱਚਮੁੱਚ ਹੀਰੋ ਬਣ ਗਏ। ਸਰਕਾਰ ਨੇ ਦਿੱਲੀ ਦੀ ਅਦਾਲਤ ਵਿੱਚ ਕਤਲ ਦਾ ਮੁਕੱਦਮਾ ਦਰਜ ਕੀਤਾ ਅਤੇ ਉਸ ਵਿੱਚ ਭਾਈ ਰਣਜੀਤ ਸਿੰਘ ਦੇ ਨਾਲ ਸੰਤ ਜਰਨੈਲ ਸਿੰਘ ਦੇ ਵੱਡੇ ਭਰਾ ਜਗੀਰ ਸਿੰਘ ਨੂੰ ਵੀ ਸ਼ਾਮਲ ਕਰ ਲਿਆ ਅਤੇ ਉਸ ਤੇ ਇਹ ਦੋਸ਼ ਮੜਿਆ ਕਿ ਕਤਲ ਵਿੱਚ ਉਸ ਦੀ ਲਾਇਸੈਂਸੀ ਕਾਰਬਾਈਨ ਵਰਤੀ ਗਈ ਸੀ। ਸੰਤ ਉੱਪਰ ਵੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਗਿਆ। ਸਰਕਾਰ ਦੇ ਅਜਿਹੇ ਦਮਨਕਾਰੀ ਅਤੇ ਦਬਾਅਪੂਰਨ ਦਾ ਪੇਚਾਂ ਤੋਂ ਨਿਧੜਕ ਸੰਤ ਭਿੰਡਰਾਂਵਾਲੇ ਨੇ ਨਿਰੰਕਾਰੀਆਂ ਖਿਲਾਫ ਮੁਹਿੰਮ ਜਾਰੀ ਰੱਖੀ। ਉਹਨੇ ਪਿੰਡ-ਪਿੰਡ ਜਾ ਕੇ ਗੁਰੂ ਗੋਬਿੰਦ ਸਿੰਘ ਵੱਲੋਂ ਖੰਡੇ ਦੀ ਧਾਰ ਤੋਂ ਸਿਰਜੇ ਖਾਲਸੇ ਦੇ ਗੌਰਵ ਨੂੰ ਜਗਾਇਆ। ਸਿੱਖ, ਖਾਸ ਕਰਕੇ ਨੌਜਵਾਨ, ਉਸ ਦੇ ਪ੍ਰਵਚਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਸ ਦੇ ਪ੍ਰਭਾਵਸ਼ਾਲੀ ਭਾਸ਼ਣਾਂ ਨੇ ਖਾਲਸਾ ਪੰਥ ਵਿੱਚ ਤਾਜ਼ਾ ਰੂਹ ਫੂਕ ਦਿੱਤੀ। ਉਸ ਦੀ ਦ੍ਰਿੜਤਾ ਪੂਰਵਕ ਅਤੇ ਬੇਰੋਕ ਜੱਦੋ-ਜਹਿਦ ਨੇ ਸਿੱਖਾਂ ਅਤੇ ਸਿੱਖ ਕਿਸਾਨੀ ਦੀ ਸੁੱਤੀ ਹੋਈ ਸ਼ਕਤੀ ਨੂੰ ਜ਼ੋਰਦਾਰ ਹਲੂਣਾ ਮਾਰਿਆ। ਉਸ ਨੇ 1978 ਤੋਂ 1983 ਤੱਕ ਦੇ 5 ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਖਾਲਸੇ ਨੂੰ ਮੁੜ ਜਗਾ ਦਿੱਤਾ, ਜੋ ਇਸ ਸਦੀ ਵਿੱਚ ਹੁਣ ਤੱਕ ਗੂੜੀ ਨੀਂਦ ਸੁੱਤਾ ਪਿਆ ਸੀ। ਸੰਤ ਜਰਨੈਲ ਸਿੰਘ ਵੱਲੋਂ ਆਰੰਭੀ ਇਤਿਹਾਸਕ ਜੱਦੋ-ਜਹਿਦ ਨੇ ਸਿੱਖ ਧਰਮ ਵੱਲ ਸਿੱਧਤ ਨਿਰੰਕਾਰੀਆਂ ਅਤੇ ਹੋਰ ਵਿਰੋਧੀਆਂ ਦੇ ਹਮਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲਿਆ। ਸਿੱਖਾਂ ਤੇ ਮੁੜ ਖਾਲਸੇ ਦੀ ਅਸਲ ਆਤਮਾ ਦਾ ਰੰਗ ਚੜ੍ਹਿਆ, ਜੋ ਕਿ ਹਿੰਦੂ ਮਤ, ਕਮਿਊਨਿਜ਼ਮ ਅਤੇ ਨਿਰੰਕਾਰੀਆਂ ਆਦਿ ਦੇ ਪ੍ਰਭਾਵ ਹੇਠ ਫਿੱਕਾ ਹੋਇਆ ਪਿਆ ਸੀ। ਉਸ ਤੋਂ ਅੱਗੋਂ ਸੰਤ ਜਰਨੈਲ ਸਿੰਘ ਨੇ ਨਿਰੰਕਾਰੀਆਂ ਨੂੰ ਪੰਜਾਬ ਦੀ ਧਰਤੀ ਤੇ ਸੰਮੇਲਨ ਕਰਨ ਅਤੇ ਜਲੂਸ ਕੱਢਣ ਦੀ ਆਗਿਆ ਨਾ ਦਿੱਤੀ। ਇਹ ਉਸ ਦੀ ਵੱਡੀ ਜਿੱਤ ਸੀ, ਜਿਸ ਨੇ ਉਸ ਨੂੰ ਖਾਲਸੇ ਦੇ ਸ਼ੁੱਧੀਕਰਨ ਦੀ ਨਿਰਾਲੀ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ। ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ, ਉੱਥੇ ਉਸ ਦੇ ਸੱਚੇ ਸੇਵਕ ਸੰਤ ਜਰਨੈਲ ਸਿੰਘ ਨੇ ਇਸ ਨੂੰ ਮੁੜ ਸੁਰਜੀਤ ਕੀਤਾ।
ਉਸ ਦੀ ਇਸ ਪ੍ਰਾਪਤੀ ਬਦਲੇ ਉਸ ਨੂੰ ਖਾਲਸਾ ਪੰਥ ਵੱਲੋਂ ਹਮੇਸ਼ਾ ਯਾਦ ਕੀਤਾ ਜਾਵੇਗਾ। ਕੇਵਲ ਉਸ ਦੇ ਕੱਟੜ ਵਿਰੋਧੀ ਹੀ ਨੱਕ ਮੂੰਹ ਚੜਾਉਣਗੇ। ਨਿਰੰਕਾਰੀਆਂ ਤੋਂ ਇਲਾਵਾ ਲਾਲਾ ਜਗਤ ਨਾਰਾਇਣ, ਜੋ ਕਿ ਕੱਟੜ ਆਰੀਆ ਸਮਾਜੀ ਸੀ ਅਤੇ ਜਲੰਧਰ ਆਧਾਰਿਤ ਹਿੰਦ ਸਮਾਚਾਰ ਅਖਬਾਰ ਸਮੂਹ ਦਾ ਮੁੱਖ ਸੰਪਾਦਕ ਸੀ, ਆਪਣੇ ਅਖਬਾਰਾਂ ਰਾਹੀਂ ਸੰਤ ਭਿੰਡਰਾਂਵਾਲੇ ਅਤੇ ਸਿੱਖ ਗੁਰੂਆਂ ਦੇ ਖਿਲਾਫ ਅਪਮਾਨਜਨਕ ਭਾਸ਼ਾ ਵਰਤ ਕੇ ਅੱਗ ਉਗਲ ਰਿਹਾ ਸੀ। ਉਸ ਨੇ ਸਿੱਖ ਵਿਰੋਧੀ ਬਦਕਾਰ ਨਿਰੰਕਾਰੀ ਲਹਿਰ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਨਿਰੰਕਾਰੀ ਮੁਖੀ ਦੀਆਂ ਉਪੱਦਰ ਭਰੀਆਂ ਕਾਰਵਾਈਆਂ ਦੀ ਪੈਰਵੀ ਕਰਨ ਲਈ ਸੰਪਾਦਕੀਆਂ ਲਿਖਣ ਦੀ ਹੱਦ ਤੱਕ ਪਹੁੰਚ ਗਿਆ। ਇਹੀ ਨਹੀਂ, ਸਗੋਂ ਉਹ ਬਚਾਓ ਪੱਖ ਦੇ ਉੱਘੇ ਗਵਾਹ ਵਜੋਂ ਪੇਸ਼ ਹੋਇਆ ਅਤੇ ਕਤਲ ਦੇ ਕੇਸ ਵਿੱਚ ਗੁਰਬਚਨ ਸਿੰਘ ਦੇ ਹੱਕ ਵਿੱਚ ਝੂਠੀ ਗਵਾਹੀ ਦਿੱਤੀ। ਉਸ ਦੇ ਬੇਹੁਦਾ ਸਿੱਖ ਵਿਰੋਧੀ ਪ੍ਰਚਾਰ ਅਤੇ ਉਪੱਦਰੀ ਕਾਰਨਾਮਿਆਂ ਨੇ ਸਿੱਖ ਨੌਜਵਾਨਾਂ ਨੂੰ ਇਸ ਹੱਦ ਤੱਕ ਉਕਸਾਇਆ ਅਤੇ ਗੁੱਸੇ ਵਿੱਚ ਲੈ ਆਂਦਾ ਕਿ ਉਹਨਾਂ ਵਿੱਚੋਂ ਕੋਈ 3 ਜਣਿਆਂ ਨੇ ਉਸ ਨੂੰ 9 ਸਤੰਬਰ 1981 ਨੂੰ ਉਦੋਂ ਦਿਨ ਦੀਵੀਂ ਗੋਲੀ ਮਾਰ ਦਿੱਤੀ, ਜਦੋਂ ਉਹ ਆਪਣੀ ਕਾਰ ਵਿੱਚ ਲੁਧਿਆਣਾ ਤੋਂ ਜਲੰਧਰ ਨੂੰ ਸਫ਼ਰ ਕਰ ਰਿਹਾ ਸੀ। ਸਰਕਾਰ ਵੱਲੋਂ ਫਿਰ ਸੰਤ ਜਰਨੈਲ ਸਿੰਘ ਉੱਪਰ ਲਾਲਾ ਜਗਤ ਨਾਰਾਇਣ ਦੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਅਤੇ ਭਾਈ ਦਲਬੀਰ ਸਿੰਘ ਅਭਿਆਸੀ, ਨਛੱਤਰ ਸਿੰਘ ਰੋਡੇ, ਸੰਤ ਦੇ ਭਤੀਜੇ ਭਾਈ ਸਵਰਨ ਸਿੰਘ ਅਤੇ ਉਹਦੇ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇੱਕ ਚਲਾਕ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ 12 ਸਤੰਬਰ 1981 ਨੂੰ ਸੰਤ ਭਿੰਡਰਾਂਵਾਲੇ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ। ਸੰਤ ਅਕਸਰ ਹੀ ਦਰਬਾਰਾ ਸਿੰਘ ਦੀ ਤੁਲਨਾ ਮੁਗਲ ਸਲਤਨਤ ਦੌਰਾਨ ਸਿੱਖਾਂ ਤੇ ਬੇਤਹਾਸ਼ਾ ਜ਼ੁਲਮ ਕਰਨ ਵਾਲੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨਾਲ ਕਰਦੇ ਸੀ। ਸਰਕਾਰ ਵੱਲੋਂ ਆਪਣੀ ਗ੍ਰਿਫਤਾਰੀ ਜਾਂ ਸਰੀਰਕ ਤੌਰ ਤੇ ਮਾਰ ਮਿਟਾਏ ਜਾਣ ਦੇ ਮਨਸੂਬੇ ਤੋਂ ਬੇਖਬਰ ਸੰਤ ਆਪਣੀਆਂ ਧਾਰਮਿਕ ਸਰਗਰਮੀਆਂ ਜਾਰੀ ਰੱਖਦੇ ਹੋਏ ਹਰਿਆਣਾ ਸੂਬੇ ਦੇ ਪਿੰਡ ਚੰਦੋ ਕਲਾਂ ਗਿਆ ਹੋਇਆ ਸੀ। ਇਸੇ ਦੌਰਾਨ ਹੀ ਪੰਜਾਬ ਦੇ ਚਾਲਬਾਜ਼ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਭਾਰਤ ਸਰਕਾਰ ਨੇ ਸੰਤ ਭਿੰਡਰਾਂਵਾਲੇ ਨੂੰ ਚੰਦੋ ਕਲਾਂ ਵਿੱਚ ਹੀ ਮਾਰ ਮੁਕਾਉਣ ਅਤੇ ਪਿੱਛੋਂ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਐਲਾਨਣ ਲਈ ਸਾਜ਼ਿਸ਼ ਘੜੀ। ਇਸ ਨੀਚ ਕੰਮ ਨੂੰ ਸਿਰੇ ਚਾੜਨ ਲਈ ਦਰਬਾਰਾ ਸਿੰਘ ਨੇ ਬੜੇ ਗੁਪਤ ਢੰਗ ਨਾਲ ਲਗਭਗ 1000 ਹਥਿਆਰਬੰਦ ਪੁਲਿਸ ਦੀ ਇੱਕ ਟੁਕੜੀ ਪਟਿਆਲਾ ਰੇਂਜ ਦੇ DIG DS ਮੰਗਟ ਦੀ ਅਗਵਾਈ ਹੇਠ ਰਵਾਨਾ ਕਰ ਦਿੱਤੀ। ਇਸ ਭਾਰੀ ਹਥਿਆਰਬੰਦ ਪੁਲਿਸ ਫੋਰਸ ਵਿੱਚ CRP ਅਤੇ ਹਰਿਆਣਾ ਆਰਮਡ ਪੁਲਿਸ ਦੀਆਂ ਹਥਿਆਰਬੰਦ ਟੁਕੜੀਆਂ ਵੀ ਸ਼ਾਮਲ ਸਨ। ਇਹ ਭਾਰੀ ਫੋਰਸ ਸਬ ਮਸ਼ੀਨ ਗੰਨਾਂ, SLRਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਸੀ। ਇਹਨਾਂ ਹਥਿਆਰਬੰਦ ਬਲਾਂ ਦਾ ਗੁਪਤ ਉਦੇਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿੱਥੀ ਸਾਜ਼ਿਸ਼ ਮੁਤਾਬਕ ਝੂਠੇ ਪੁਲਿਸ ਮੁਕਾਬਲੇ ਰਾਹੀਂ ਖਤਮ ਕਰਨਾ ਸੀ, ਕਿਉਂਕਿ ਉਹਨਾਂ ਦਾ ਮੰਤਵ ਕੇਵਲ ਉਸ ਨੂੰ ਗ੍ਰਿਫਤਾਰ ਕਰਨਾ ਨਹੀਂ ਸੀ। ਹਾਂ, ਜੇ ਉਹਨਾਂ ਦਾ ਇਰਾਦਾ ਕੇਵਲ ਸੰਤ ਨੂੰ ਗ੍ਰਿਫਤਾਰ ਕਰਨ ਦਾ ਹੁੰਦਾ ਤਾਂ ਇੰਨੇ ਭਾਰੀ ਤਰੀਕੇ ਨਾਲ ਹਥਿਆਰਬੰਦ ਅਤੇ ਵਿਸ਼ਾਲ ਪੁਲਿਸ ਫੋਰਸ ਭੇਜਣ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਸੀ, ਕਿਉਂਕਿ ਸੰਤ ਦੇ ਨਾਲ ਮਸਾਂ ਦਰਜਨ ਕੋ ਹਥਿਆਰਬੰਦ ਅੰਗ ਰੱਖਿਅਕ ਸਨ। ਸੰਤ ਭਿੰਡਰਾਂਵਾਲਾ ਕਮਾਲ ਦੀ ਅਨੁਭਵ ਸ਼ਕਤੀ ਅਤੇ ਰਾਜਸੀ ਦੂਰ ਦ੍ਰਿਸ਼ਟੀ ਨਾਲ ਵਰਸਾਇਆ ਸੀ। ਇਸ ਲਈ ਉਸ ਨੇ ਸਿਰ ਤੇ ਮੰਡਲਾਉਂਦੇ ਖਤਰੇ ਨੂੰ ਭਾਂਪ ਲਿਆ, ਕਿਉਂ ਜੋ ਉੱਥੇ ਉਹ ਸਰਕਾਰੀ ਮਸ਼ੀਨਰੀ ਦੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਵਿੱਚ ਨਹੀਂ ਸੀ। ਇਸ ਲਈ ਉਹ 12 ਸਤੰਬਰ ਦੀ ਰਾਤ ਚੰਦੋ ਕਲਾਂ ਤੋਂ ਤੁਰ ਪਿਆ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚਲੇ ਆਪਣੇ ਹੈੱਡਕੁਆਟਰ ਚੌਂਕ ਮਹਿਤਾ ਵਿਖੇ ਅੱਪੜ ਗਿਆ। ਚੰਦੋ ਕਲਾਂ ਤੋਂ ਉਸ ਦੀ ਰਵਾਨਗੀ ਦਾ ਅਜੇ ਦਰਬਾਰਾ ਸਿੰਘ ਤੇ DS ਮੰਗਟ ਦੀ ਅਗਵਾਈ ਹੇਠਲੇ ਉਸ ਦੇ ਹਥਿਆਰਬੰਦ ਲਾਣੇ ਨੂੰ ਇਲਮ ਨਹੀਂ ਸੀ। ਹਥਿਆਰਬੰਦ ਨੀਮ ਫੌਜੀ ਬਲਾਂ ਨੇ ਸੰਤ ਦੀ ਰਵਾਨਗੀ ਤੋਂ ਬਾਅਦ ਜਲਦੀ ਹੀ ਪਿੰਡ ਚੰਦੋ ਕਲਾਂ ਦੀ ਘੇਰਾਬੰਦੀ ਕਰ ਲਈ। ਉਹਨਾਂ ਲਗਭਗ 1 ਘੰਟਾ ਹਵਾਈ ਫਾਇਰਿੰਗ ਕੀਤੀ ਅਤੇ ਪਿੱਛੋਂ ਗੁਰਦੁਆਰੇ ਅਤੇ ਸਾਰੇ ਸਿੱਖਾਂ ਦੇ ਘਰਾਂ ਦੀ ਤਲਾਸ਼ੀ ਲਈ। ਜਦੋਂ ਸੰਤ ਉੱਥੇ ਨਾ ਮਿਲਿਆ ਤਾਂ ਨੀਮ ਫੌਜੀ ਬਲ ਵਹਿਸ਼ੀ ਬਣ ਗਏ ਅਤੇ ਸਿੱਖਾਂ ਦੇ ਘਰਾਂ ਦੀ ਲੁੱਟ ਖਸੁੱਟ ਕੀਤੀ। ਉਹਨਾਂ ਬੁੱਢੇ ਅਤੇ ਜਵਾਨ ਸਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਹਨਾਂ ਦੀਆਂ ਔਰਤਾਂ ਨਾਲ ਵੀ ਛੇੜਖਾਨੀ ਕੀਤੀ। ਜਨੂਨ ਦੇ ਦੌਰੇ ਹੇਠ ਉਹਨਾਂ ਦਮਦਮੀ ਟਕਸਾਲ ਦੀਆਂ 2 ਮਿੰਨੀ ਬੱਸਾਂ ਨੂੰ ਅੱਗ ਲਾ ਦਿੱਤੀ
ਅਤੇ ਕੁਝ ਧਾਰਮਿਕ ਪੁਸਤਕਾਂ ਅਤੇ ਪੋਥੀਆਂ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ। ਜਦੋਂ ਸੰਤ ਭਿੰਡਰਾਂਵਾਲੇ ਨੂੰ ਬੇਹੁਰਮਤੀ ਵਾਲੀ ਇਸ ਰਾਖਸ਼ੀ ਕਾਰਵਾਈ ਦਾ ਪਤਾ ਲੱਗਾ ਤਾਂ ਉਸ ਦੇ ਮਨ ਨੂੰ ਭਾਰੀ ਜ਼ਖਮ ਪਹੁੰਚਿਆ ਅਤੇ ਉਸਨੇ ਗੁਰਬਾਣੀ ਦੀ ਬੇਹੁਰਮਤੀ ਕਰਨ ਵਾਲਿਆਂ ਤੋਂ ਬਦਲਾ ਲੈਣ ਦਾ ਪ੍ਰਣ ਕੀਤਾ। ਭਾਰਤ ਸਰਕਾਰ ਨਾਲ ਸਾਜ਼ਬਾਜ਼ ਤਹਿਤ ਵਿਉਂਤੇ ਆਪਣੇ ਬਦਨੀਤ ਮਨਸੂਬੇ ਵਿੱਚ ਅਸਫਲਤਾ ਉਪਰੰਤ ਦਰਬਾਰਾ ਸਿੰਘ ਨੇ ਹੋਰ ਵੱਡੀ ਤਾਦਾਦ ਵਿੱਚ ਨੀਮ ਫੌਜੀ ਬਲ ਸੰਤ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਲਈ ਚੌਂਕ ਮਹਿਤਾ ਨੂੰ ਰਵਾਨਾ ਕਰ ਦਿੱਤੇ, ਪਰ ਸੰਤ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ। ਇੱਥੇ ਉਹ ਸਰਕਾਰੀ ਬਲਾਂ ਦੀ ਚੁਣੌਤੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਸਥਿਤੀ ਦੀ ਗੰਭੀਰਤਾ ਦਾ ਅਨੁਭਵ ਕਰਦਿਆਂ ਅਤੇ ਇਹ ਵਾਚਦਿਆਂ ਕਿ ਸੰਤ ਆਪਣੀ ਜਬਰੀ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਦ੍ਰਿੜ ਹੈ, ਸਰਕਾਰ ਢਿੱਲੀ ਪੈ ਗਈ ਅਤੇ ਉਸਨੇ ਸੰਤ ਨਾਲ ਉਸ ਦੀ ਗ੍ਰਿਫਤਾਰੀ ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕੀਤੀ। ਸੰਤ ਨੇ ਆਪਣੇ ਸਮਰਥਕਾਂ ਅਤੇ ਸੇਵਕਾਂ ਨਾਲ ਸਲਾਹ ਕਰਨ ਉਪਰੰਤ 20 ਸਤੰਬਰ 1981 ਨੂੰ ਇਹ ਸ਼ਰਤ ਲਾ ਕੇ ਗ੍ਰਿਫਤਾਰੀ ਦੀ ਪੇਸ਼ਕਸ਼ ਕਰ ਦਿੱਤੀ ਕਿ ਉਸ ਦੀ ਗ੍ਰਿਫਤਾਰੀ ਨੂੰ ਕੋਈ ਅੰਮ੍ਰਿਤਧਾਰੀ ਸਿੱਖ ਅਫਸਰ ਅਮਲ ਵਿੱਚ ਲਿਆਵੇਗਾ। ਇਸ ਸ਼ਰਤ ਦੀ ਪੂਰਤੀ ਹਿੱਤ ਗੁਰਦਾਸਪੁਰ ਦੇ ਐਸਐਸਪੀ ਜਰਨੈਲ ਸਿੰਘ ਚਾਹਲ ਨੂੰ ਇਹ ਕੰਮ ਸੌਂਪਿਆ ਗਿਆ। ਜਦੋਂ ਸੰਤ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੇਣ ਦੀ ਪੇਸ਼ਕਸ਼ ਦੀ ਖਬਰ ਸਰਕਾਰ ਵੱਲੋਂ 15 ਸਤੰਬਰ 1981 ਨੂੰ ਜਨਤਕ ਤੌਰ ਤੇ ਦੱਸੀ ਗਈ ਤਾਂ ਬੁੱਢੇ, ਜਵਾਨ ਅਤੇ ਔਰਤਾਂ ਸਮੇਤ 2 ਲੱਖ ਦੇ ਕਰੀਬ ਸ਼ਰਧਾਲੂ ਸਿੱਖ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੇ ਅੰਦਰ ਅਤੇ ਆਲੇ ਦੁਆਲੇ ਇਕੱਤਰ ਹੋ ਗਏ। ਇਕਸਾਰ ਕੀਤੀ ਹੋਈ ਤਾਰੀਖ ਦੇ ਦਿਨ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਸੰਤ ਨੇ ਆਪਣੇ ਸਿਰ ਤੇ ਰੋਜ਼ਾਨਾ ਬੰਨੀ ਜਾਣ ਵਾਲੀ ਨੀਲੀ ਦਸਤਾਰ ਤੋਂ ਉਲਟ ਕੇਸਰੀ ਰੰਗ ਦੀ ਦਸਤਾਰ ਸਜਾਈ। ਕੇਸਰੀ ਰੰਗ ਖਾਲਸੇ ਵੱਲੋਂ ਸ਼ਹਾਦਤ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਉਸ ਤੋਂ ਬਾਅਦ ਉਸਨੇ ਕਿਹਾ ਕਿ ਉਹ ਮੌਤ ਨੂੰ ਗਲੇ ਲਾਉਣ ਜਾ ਰਿਹਾ ਹੈ, ਕਿਉਂਕਿ ਉਸ ਨੂੰ ਸ਼ੱਕ ਹੈ ਕਿ ਸਰਕਾਰ ਦੇ ਇਰਾਦੇ ਅਸ਼ੁਭ ਹਨ। ਗ੍ਰਿਫਤਾਰੀ ਲਈ ਪੇਸ਼ ਹੋਣ ਤੋਂ ਪਹਿਲਾਂ ਉਸਨੇ ਦਿਲ ਟੁੰਬਵੀਂ ਤਕਰੀਰ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਚੁਣੌਤੀ ਦੇ ਮੁਕਾਬਲੇ ਲਈ ਅਤੇ ਖਾਲਸਾ ਪੰਥ ਦੀ ਦੁਸ਼ਮਣਾਂ ਦੇ ਹੱਲੇ ਤੋਂ ਰਾਖੀ ਕਰਨ ਲਈ ਕੇਸਰੀ ਨਿਸ਼ਾਨ ਸਾਹਿਬ ਹੇਠ ਇੱਕ ਹੋ ਜਾਣ। ਉਪਰੰਤ ਉਸ ਨੇ ਸੰਗਤ ਨੂੰ ਅਲਵਿਦਾ ਕਹੀ ਤੇ ਉਡੀਕ ਕਰ ਰਹੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਹਮਨਾਮ ਪੁਲਿਸ ਅਫਸਰ ਨਾਲ ਲੁਧਿਆਣਾ ਨੂੰ ਚਲੇ ਗਏ। ਸੰਤ ਭਿੰਡਰਾਂਵਾਲੇ ਦੇ ਵਿਦਾ ਹੋਣ ਤੋਂ ਤੁਰੰਤ ਬਾਅਦ 2 ਲੱਖ ਤੋਂ ਵੱਧ ਦੀ ਗਿਣਤੀ ਵਿੱਚ ਜੁੜੇ ਸਿੱਖ ਸਰੋਤਿਆਂ ਦਰਮਿਆਨ ਭਾਰੀ ਹਫੜਾ ਦਫੜੀ ਮਚ ਗਈ। ਨੀਮ ਫੌਜੀ ਬਲਾਂ ਨੇ ਕੇਂਦਰ ਸਰਕਾਰ ਦੀਆਂ ਸੂਈਆਂ ਏਜੰਸੀਆਂ ਦੀ ਸ਼ਹਿ ਤੇ ਬਿਨਾਂ ਕਿਸੇ ਭੜਕਾੜ ਦੇ ਗੋਲੀ ਚਲਾ ਦਿੱਤੀ ਅਤੇ ਦਰਜਨ ਨਿਰਦੋਸ਼ ਸਿੱਖਾਂ ਨੂੰ ਮਾਰ ਦਿੱਤਾ ਅਤੇ ਬਹੁਤ ਸਾਰੇ ਗੰਭੀਰ ਜ਼ਖਮੀ ਕਰ ਦਿੱਤੇ। ਇਹ ਭੜਕਾਊ ਕਾਰਾ ਸੂਈਆਂ ਏਜੰਸੀਆਂ ਵੱਲੋਂ ਸੰਗਤ ਨੂੰ ਜਵਾਬੀ ਹਮਲੇ ਲਈ ਉਕਸਾਉਣ ਦੇ ਇਰਾਦੇ ਨਾਲ ਕੀਤਾ ਗਿਆ ਤਾਂ ਕਿ ਨੀਮ ਫੌਜੀ ਬਲ ਆਤਮ ਰੱਖਿਆ ਦੀ ਟੁੱਚਰ ਢਾਹ ਕੇ ਉਹਨਾਂ ਦਾ ਕਤਲੇਆਮ ਕਰ ਸਕਣ। ਪਰ ਸਰਕਾਰ ਆਪਣੇ ਇਸ ਅਸ਼ੁਭ ਇਰਾਦੇ ਵਿੱਚ ਅਸਫਲ ਹੋ ਗਈ, ਕਿਉਂਕਿ ਸੰਤ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਇਕੱਤਰ ਹੋਈ ਸੰਗਤ ਨੂੰ ਭੜਕਾਟ ਦੇ ਬਾਵਜੂਦ ਸ਼ਾਂਤ ਰਹਿਣ ਦੀ ਨਸੀਹਤ ਦਿੱਤੀ ਸੀ। ਸੰਤ ਭਿੰਡਰਾਂਵਾਲੇ ਦੀ ਲੁਧਿਆਣਾ ਵਿਖੇ ਪੁੱਛ ਪੜਤਾਲ ਕਰਨ ਵਾਲੇ ਅਫਸਰ ਉਸ ਦੇ ਖਿਲਾਫ ਕੋਈ ਸਬੂਤ ਲੱਭਣ ਵਿੱਚ ਅਸਫਲ ਰਹੇ। ਫਿਰ ਵੀ 15 ਅਕਤੂਬਰ 1981 ਤੱਕ ਉਹਨੂੰ ਜੇਲ੍ਹ ਵਿੱਚ ਬੰਦ ਰੱਖਿਆ ਗਿਆ। ਉਸ ਦੀ ਅਣਉਚਿਤ ਨਜ਼ਰਬੰਦੀ ਵਿਰੁੱਧ ਰੋਸ ਵਜੋਂ ਗਜਿੰਦਰ ਸਿੰਘ ਦੀ ਅਗਵਾਈ ਹੇਠ ਕੁਝ ਸਿੱਖ ਨੌਜਵਾਨਾਂ ਨੇ 29 ਸਤੰਬਰ 1981 ਨੂੰ ਇੰਡੀਅਨ 에ਅਰਲਾਈਨ ਦੇ ਜਹਾਜ਼ ਨੂੰ ਅਗਵਾ ਕਰ ਲਿਆ ਅਤੇ ਪਾਕਿਸਤਾਨ ਵਿੱਚ ਲਾਹੌਰ ਵਿਖੇ ਉਤਾਰ ਲਿਆ। ਆਖਰਕਾਰ ਸਰਕਾਰ ਨੇ ਹੋਰ ਜਵਾਬੀ ਪ੍ਰਤੀਕਿਰਿਆ ਦੇ ਡਰੋਂ ਨਰਮੀ ਅਖਤਿਆਰ ਕਰਦਿਆਂ 15 ਅਕਤੂਬਰ 1981 ਨੂੰ ਸੰਤ ਨੂੰ ਬਿਨਾਂ ਸ਼ਰਤ ਫਿਰੋਜ਼ਪੁਰ ਜੇਲ੍ਹ ਤੋਂ ਰਿਹਾ ਕਰ ਦਿੱਤਾ। ਉਹ ਸ਼ਾਨਦਾਰ ਜੇਤੂ ਸਫਲਤਾ ਨਾਲ ਬਾਹਰ ਆਇਆ। ਉਸ ਦੇ ਨਾਮ ਅਤੇ ਸ਼ਾਨ ਵਿੱਚ ਬਹੁਤ ਵਾਧਾ ਹੋ ਚੁੱਕਾ ਸੀ ਅਤੇ ਹੁਣ ਉਹ ਸੱਚ ਹੀ ਆਕਾਸ਼ ਵਿੱਚ ਉੱਚੀਆਂ ਉਡਾਣਾਂ ਭਰਨ ਵਾਲੇ ਰਸਤੇ ਤੇ ਪਹੁੰਚ ਚੁੱਕਾ ਸੀ। ਸੰਤ ਭਿੰਡਰਾਂਵਾਲੇ ਵਿਰੁੱਧ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਨਿਰੰਕਾਰੀਆਂ ਖਿਲਾਫ ਬੜੇ ਸਧਾਰਨ ਜਿਹੇ ਤਰੀਕੇ ਨਾਲ ਦਰਜ ਕੀਤੇ ਗਏ ਕਤਲ ਦੇ ਮੁਕੱਦਮੇ ਨਾਲ ਤੁਲਨਾ ਕਰਨ ਯੋਗ ਹੈ। ਜਦੋਂ ਕਿ ਨਿਰੰਕਾਰੀ ਮੁਖੀ ਆਪਣੇ ਅਨੁਯਾਈਆਂ ਵੱਲੋਂ ਸਿੱਖਾਂ ਦਾ ਘਾਣ ਕੀਤੇ ਜਾਣ ਮੌਕੇ ਸਟੇਜ ਤੇ ਹਾਜ਼ਰ ਸੀ, ਉੱਥੇ ਲਾਲਾ ਜਗਤ ਨਾਰਾਇਣ ਨੂੰ
ਪੰਜਾਬ ਦੇ ਲੁਧਿਆਣਾ ਸ਼ਹਿਰ ਨੇੜੇ ਕਤਲ ਕੀਤੇ ਜਾਣ ਸਮੇਂ ਸੰਤ ਭਿੰਡਰਾਂਵਾਲਾ ਹਰਿਆਣੇ ਵਿਚਲੇ ਪਿੰਡ ਚੰਦੋ ਕਲਾਂ ਵਿਖੇ ਗਿਆ ਹੋਇਆ ਸੀ। ਨਿਰੰਕਾਰੀ ਮੁਖੀ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ, ਜਦੋਂ ਕਿ ਸੰਤ ਭਿੰਡਰਾਂਵਾਲੇ ਨੂੰ ਅਨਿਆਂਪੂਰਵਕ 1 ਮਹੀਨਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਸਰਕਾਰ ਦਾ ਇਸ ਤਰ੍ਹਾਂ ਸੰਤ ਦੇ ਵਿਰੁੱਧ ਅਤੇ ਨਿਰੰਕਾਰੀ ਮੁਖੀ ਦੇ ਹਿੱਤ ਵਿੱਚ ਪੱਖਪਾਤੀ ਹੋਣਾ ਬਹੁਤ ਹੀ ਸ਼ਰਮਨਾਕ ਮਾਮਲਾ ਹੈ। ਸਰਕਾਰ ਦਾ ਇਹ ਨਮੋਸ਼ੀ ਭਰਿਆ ਅਤੇ ਪੱਖਪਾਤੀ ਕਾਰਨਾਮਾ ਉਸ ਦੀ ਧਰਮ ਨਿਰਪੱਖਤਾ ਅਤੇ ਇਨਸਾਫ ਪਸੰਦੀ ਉੱਪਰ ਗੂੜਾ ਧੱਬਾ ਲਾਉਂਦਾ ਹੈ। ਪੁਸਤਕ ਵਿੱਚ ਅੱਗੇ ਦਰਜ ਮਨਹੂਸ ਘਟਨਾਵਾਂ ਇਹ ਸਪਸ਼ਟ ਕਰ ਦੇਣਗੀਆਂ ਕਿ ਸਰਕਾਰ ਨੇ ਘਟਨਾਕ੍ਰਮ ਦੇ ਇਸ ਧੁੰਦਲੇ ਦੇਸ਼ ਵਿੱਚ ਇੱਕ ਪਾਸੇ ਸਿੱਖਾਂ ਤੇ ਨਿਰੰਕਾਰੀਆਂ ਦਰਮਿਆਨ ਝਗੜੇ ਨੂੰ ਵਿਗਾੜਨ ਅਤੇ ਦੂਜੇ ਹੱਥ ਸਰਕਾਰ ਅਤੇ ਸਿੱਖਾਂ ਦਰਮਿਆਨ ਟਕਰਾਓ ਨੂੰ ਵਧਾਉਣ ਦੀ ਮਨਸ਼ਾ ਨਾਲ ਜਾਣ ਬੁੱਝ ਕੇ ਕਪਟ ਭਰਪੂਰ ਰੋਲ ਅਦਾ ਕੀਤਾ ਸੀ। ਨਿਆਂਪੂਰਨ ਪ੍ਰਸ਼ਾਸਨ ਵਿੱਚ ਸਹੀ ਅਰਥਾਂ ਵਿੱਚ ਯਕੀਨ ਰੱਖਣ ਵਾਲਾ ਕੋਈ ਵੀ ਮਨੁੱਖ ਅਜਿਹੀ ਬਦ ਸਰਕਾਰ ਨੂੰ ਲੋਕਾਂ ਦੀ ਸਹੀ ਨੁਮਾਇੰਦਾ ਸਰਕਾਰ ਨਹੀਂ ਕਹਿ ਸਕਦਾ, ਸਗੋਂ ਅਜਿਹੀ ਸਰਕਾਰ ਨੂੰ ਫਿਰਕੂ ਅਤੇ ਸੰਪਰਦਾਇਕ ਖਾਸੇ ਵਾਲੀ ਕਹਿਣਾ ਵਧੇਰੇ ਉਚਿਤ ਹੋਵੇਗਾ। ਕਾਂਗਰਸ ਸਰਕਾਰ ਨੇ ਪੰਜਾਬ ਸੰਕਟ ਨੂੰ ਵਿਗਾੜਨ ਲਈ ਘਟੀਆ ਖੇਡ ਖੇਡੀ। ਪਹਿਲਾਂ ਤਾਂ ਇਸ ਨੇ ਗੁਰਬਚਨ ਸਿੰਘ ਨਿਰੰਕਾਰੀ ਨੂੰ ਸਿੱਖਾਂ ਵਿਰੁੱਧ, ਵਿਸ਼ੇਸ਼ ਤੌਰ ਤੇ ਸੰਤ ਕਰਤਾਰ ਸਿੰਘ ਅਤੇ ਪਿੱਛੋਂ ਸੰਤ ਭਿੰਡਰਾਂਵਾਲੇ ਦੀ ਅਗਵਾਈ ਹੇਠ ਲਈ ਦਮਦਮੀ ਟਕਸਾਲ ਅਤੇ ਅਕਾਲੀ ਦਲ ਦੇ ਵਿਰੁੱਧ ਖੂਨੀ ਮੁਹਾਜ਼ ਖੋਲ੍ਹਣ ਲਈ ਝੰਬਲਾਇਆ ਅਤੇ ਅੱਗੋਂ ਇਸ ਨੇ ਹਾਲਾਤਾਂ ਨੂੰ ਆਸਾਵੇਂ ਬਣਾ ਕੇ ਸਥਿਤੀ ਨੂੰ ਵਿਸਫੋਟਕ ਸਿਰੇ ਤੱਕ ਪੁੱਜਦਾ ਕਰਨ ਲਈ ਇੱਥੇ ਕਈ ਐਕਟਰ ਅਤੇ ਡਾਇਰੈਕਟਰ ਸ਼ਾਮਲ ਕਰ ਦਿੱਤੇ। ਅਤੇ ਆਖਰੀ ਤੇ ਮਹੱਤਵਪੂਰਨ ਤੱਥ ਕਿ ਫਿਰ ਇਸ ਨੇ ਬਹੁਤ ਸਾਰੀਆਂ ਖੁਫੀਆ ਏਜੰਸੀਆਂ ਨੂੰ ਸੰਕਟ ਨੂੰ ਹੋਰ ਉਤੇਜਿਤ ਕਰਨ ਹਿੱਤ ਇੱਥੇ ਘੁਸੇੜ ਦਿੱਤਾ ਤਾਂ ਕਿ ਅੱਗ ਵਿੱਚ ਸੁਲਗ ਰਹੇ ਪੰਜਾਬ ਅੰਦਰ ਫੌਜੀ ਕਾਰਵਾਈ ਲਈ ਖਤਰਨਾਕ ਅਤੇ ਢੁਕਵੀਂ ਸਥਿਤੀ ਬਣ ਸਕੇ। ਅਤੇ ਆਖਰਕਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਜੰਗ ਦੇ ਮੈਦਾਨ ਵਿੱਚ ਤਬਦੀਲ ਕਰ ਹੀ ਦਿੱਤਾ। ਕਿਤਾਬ ਜਾਂਬਾਜ਼ ਰਾਖਾ, ਲੇਖਕ AR ਦਰਸ਼ੀ, ਅਨੁਵਾਦਕ ਪ੍ਰੋਫੈਸਰ ਕੁਲਬੀਰ ਸਿੰਘ, ਅਧਿਆਇ ਪਹਿਲਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।